एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। गुरु नानक अंगद गुरु अमरदास पद बंद रामदास अर्जन गुरु बर श्री हरगोबिंद। हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार इन संतन को बंदना सिर चरणन पर तार। होवे सिरतुख सामवे नूर अरसों कुरसों चटी तुद डिठे सचे पातशाह जन्म जन्म दी कटी। तुद डिठे सचे पातशाह जन्म जन्म दी कटी है। वाहिगुरु साहिब जी श्लोक महला चौथा। मल जूई भरिया नीला काला खिदोलड़ा तिन बेमुख बेमुख नो पाया। पास न देई कोई बहन जगत में है गूह पढ़ सगवी मल लाए मन मुख आया। मल जूई भरिया नीला काला खिदोलड़ा तिन बेमुख बेमुख नो पाया। पास न देई कोई बहन जगत में गूह पढ़ सगवी मल लाए मन मुख आया। पराई जो निंदा चुगली नो बेमुख करके भेजिया उथा भी मोह काला दोहा बेमुखा दा कराया। तड़ सुनिया शब्द जगत विच भाई बेमुख सणै नफरै पौली पौधी फावा होए कै उठ कर आया। अगे संगति कुड़मी बेमुख रलना ना मिलै ता बहुटी भतीजी फिर आन घर पाया। हलद पलद दोवै गए नित भुखा कूके तिहाया। धन धन स्वामी करता पुरख जिन न्याओ सच बह आप कराया। जो निंदा करे सतगुर पूरे की सो साचै मार पचाया। एहो अखर तिन आखिया जिन जगत सब पाया। महला चौथा। साहिब जिसका नंगा भुखा होवे तिसदा नफर किथों रज खाए। जे साहिब के घर बत होवे सो नफरै हथ आवे अणहोदी किथों पाए। जिस दी सेवा कीती फिर लेखा मंगीऐ सा सेवा औखी होई। नानक सेवा करो हर गुर सफल दर्शन की फिर लेखा मंगै ना कोई। पौड़ी नानक विचार है संत जन चार वेद कहंदे। भगत मुख ते बोलदे से वचन हो बंदे। प्रगट पहारा जापदा सब लोग सुनंदे। सुख ना पाइन मुग्ध नार संत नाल कहंदे। ओए लोचन ना गुणै नो ओए अहंकार सड़ंदे। ओए विचारे क्या कर है जा भाग तुर मंदे। जो मारे तिन पार ब्रह्म से किसै ना संदे। वैर करह निर्वैर नाल धर्म न्याय पचंदे। जो जो संत सरापिया से फिरह पवंदे। पेड़ मुंडा हूं कटिया तिस डाल सुकंदे। जो जो संत सरापिया से फिरह पवंदे।
ਪੀੜ ਮੁੰਡਾ ਹੂੰ ਕਟਿਆ ਤਿਸ ਡਾਲ ਸੁਕੰਦੀ। ਸ਼ਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਪਾਵਨ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ, ਜਿੱਥੇ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪ੍ਰਵਾਹ ਕਥਾ ਰੂਪ ਦੇ ਅੰਦਰ ਚੱਲ ਰਿਹਾ ਹੈ। ਉਸੇ ਨਿਤਨੇਮ ਦੇ ਅਨੁਸਾਰ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਰਾਗੀ ਸਿੰਘ ਸਾਹਿਬਾਨਾਂ ਤੋਂ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਪੰਥ ਦੇ ਵਿੱਚ ਗੁਰੂ ਨਾਨਕ ਦੀਆਂ ਸੰਗਤਾਂ ਦੇ ਵਿੱਚ ਜਿਨ੍ਹਾਂ ਦਾ ਇੱਕ ਬੜਾ ਵਿਸ਼ੇਸ਼ ਸਥਾਨ ਹੈ, ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਮਹਾਂਪੁਰਸ਼ ਅੱਜ ਸਮੁੱਚੇ ਪੰਥ ਦੇ ਵਿੱਚ ਜੇ ਲੰਗਰ ਦੀ ਗੱਲ ਕਰਦੇ ਹਾਂ, ਬੜੇ ਬੜੇ ਕੁੰਭ ਦੇ ਮੇਲਿਆਂ ਤੇ ਜਾਂ ਗੁਰਪੁਰਬਾਂ ਤੇ ਜੋ ਪ੍ਰਬੰਧ ਲੰਗਰ ਦਾ ਇਹਨਾਂ ਮਹਾਂਪੁਰਸ਼ਾਂ ਦਾ ਪੂਰੀ ਵਾਲਿਆਂ ਦਾ ਹੈ, ਉਹ ਕੋਈ ਗੱਲ ਲੁਕੀ ਛਿਪੀ ਨਹੀਂ ਹੈ। ਤੇ ਲੰਗਰ ਦਾ ਹੀ ਪ੍ਰਤਾਪ ਵੱਡਾ ਹੁੰਦਾ ਹੈ। ਜਿੱਥੇ ਹੋਰ ਸੇਵਾਵਾਂ ਕਰਦੇ ਆ ਇਮਾਰਤਾਂ ਦੀਆਂ, ਉੱਥੇ ਇਹਨਾਂ ਦਾ ਲੰਗਰ ਵੀ ਸੰਗਤ ਦੇ ਵਿੱਚ ਬਹੁਤ ਪ੍ਰਸਿੱਧ ਹੈ। ਕਿ ਉਹਨਾਂ ਮਹਾਂਪੁਰਸ਼ਾਂ ਦੇ ਪੂਰਵ ਜਿਹੜੇ ਮਹਾਂਪੁਰਸ਼, ਦਾਸ ਦਾ ਵੀ ਸਰੀਰ ਉਦੋਂ ਛੋਟਾ ਸੀ, ਸੰਤ ਬਾਬਾ ਜੈਮਲ ਸਿੰਘ ਜੀ, ਜਿੱਥੋਂ ਇਹਨਾਂ ਦੀ ਪ੍ਰਣਾਲੀ ਜਿਹੜੀ ਅੱਗੇ ਆਰੰਭ ਹੁੰਦੀ ਹੈ, ਤੇ ਉਹਨਾਂ ਮਹਾਂਪੁਰਸ਼ਾਂ ਤੋਂ ਲੈ ਕੇ ਇਹਨਾਂ ਮਹਾਂਪੁਰਸ਼ਾਂ ਤੱਕ ਇਹਨਾਂ ਦੀਆਂ 4 ਪੀੜ੍ਹੀਆਂ ਹੋ ਗਈਆਂ ਦਾਸ ਦੇ ਸਰੀਰ ਦੇ ਨਾਲ। ਤੇ ਬੜਾ ਜਿਹੜੇ ਵੱਡੇ ਸਨ ਉਹ ਬੱਚਿਆਂ ਵਾਂਗੂ ਸਤਿਕਾਰ ਦਿੰਦੇ ਸੀ, ਜਿਹੜੇ ਬਰਾਬਰ ਦੇ ਸੀ ਭਰਾਵਾਂ ਵਾਂਗੂ ਸਤਿਕਾਰ ਦਿੰਦੇ। ਤੇ ਮਹਾਂਪੁਰਸ਼ ਔਰ ਇਹਨਾਂ ਦੇ ਪ੍ਰਬੰਧ ਦੇ ਵਿੱਚ ਜਿਹੜੇ ਛੋਟੇ ਮਹਾਂਪੁਰਸ਼ ਉੱਥੇ ਹਰ ਵਕਤ ਅੰਮ੍ਰਿਤਸਰ ਸਾਹਿਬ ਨੇ, ਇਹ ਬਹੁਤ ਹੀ ਆਏ ਗਏ ਗੁਰਸਿੱਖਾਂ ਦਾ, ਮਹਾਂਪੁਰਸ਼ਾਂ ਦਾ ਵਿਸ਼ੇਸ਼ ਕਰਕੇ ਆਦਰ ਕਰਦੇ। ਉਹਨਾਂ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਪ੍ਰਵਚਨ ਸੁਣਾਏ। ਦਾਸ ਨੂੰ ਵੀ ਇਹਨਾਂ ਦੇ ਖੁੱਲੇ ਦਰਸ਼ਨ ਹੋਏ। ਹੋਏਗਾ ਦਇਆਲ ਤੋਂ ਦੇਗਾ ਬੁਲਾ ਕੇ। ਮਹਾਂਪੁਰਸ਼ਾਂ ਦੇ ਇਹਨਾਂ ਦੇ ਉੱਥੇ ਆਪਣੇ ਰੁਝਾਨ, ਸਾਡੇ ਆਪਣੇ ਰੁਝਾਨ, ਤੇ ਇੰਨਾ ਖੁੱਲੇ ਦਰਸ਼ਨ ਉੱਥੇ ਵੀ ਅਸੰਭਵ ਹੈ। ਕਿਤੇ ਥੋੜੀ ਮਾਤਰ ਬਸ ਮਿਲੇ ਫਤਿਹ ਹੋਈ। ਜੇ ਇਹਨਾਂ ਨੇ ਕਹਿਣਾ ਵੀ ਬੈਠੋ ਜੀ ਅੱਗੇ ਆ ਪ੍ਰੋਗਰਾਮ ਦਿੱਤਾ ਹੋਇਆ, ਤੇ ਅੱਜ ਇਹਨਾਂ ਦੇ ਖੁੱਲੇ ਦਰਸ਼ਨ ਹੋਏ। ਔਰ ਖਾਸ ਕਰਕੇ ਉੱਥੇ ਮਹਾਂਪੁਰਸ਼ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਹਨਾਂ ਆਉਣ ਵਾਲੀ ਜਿਹੜੀ ਸਾਡੀ ਨਸਲ ਹੈ, ਆਉਣ ਵਾਲੇ ਸਾਡੇ ਜਿਹੜੇ ਗੁਰਸਿੱਖਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲਣੇ ਆ, ਔਰ ਜਿਨ੍ਹਾਂ ਨੇ ਕਿਸੇ ਨਾ ਕਿਸੇ ਪੰਥਕ ਕਾਰਜ ਦੇ ਵਿੱਚ ਉਹਨਾਂ ਨੇ ਅੱਗੇ ਆਉਣਾ ਹੈ, ਉਹ ਸਾਰੀ ਜਿਹੜੀ ਪਨੀਰੀ ਤਿਆਰ ਹੋ ਰਹੀ ਹੈ। ਇਹਦਾ ਵਾਤਾਵਰਨ ਦੇਖ ਕੇ ਦਾਸ ਵੀ ਬਹੁਤ ਪ੍ਰਸੰਨ ਹੋਇਆ, ਕਿਉਂਕਿ ਮੈਨੂੰ ਫੋਨ ਆ ਰਹੇ ਸੀ ਵੀ ਪਾਠ ਬੋਧ ਸਮਾਗਮ ਦੇ ਵਿੱਚ ਤੁਸੀਂ ਆਓ। ਤੇ ਇਹਦੇ ਵਿੱਚ ਸਤਿਕਾਰਯੋਗ ਭਾਈ ਜਤਿੰਦਰ ਸਿੰਘ ਜੀ, ਜੋ ਧਾਰਮਿਕ ਅਧਿਆਪਕ ਦੇ ਰੂਪ ਦੇ ਅੰਦਰ, ਜੇ ਆਪ ਪੜ੍ਹੇ ਨਹੀਂ, ਆਪ ਹੀ ਨਹੀਂ ਪੜ੍ਹਿਆ, ਅੱਗੇ ਕਿਸੇ ਨੂੰ ਕੀ ਪੜ੍ਹਾ ਸਕਦਾ ਹੈ। ਬਹੁਤ ਸ਼ੁੱਧ ਅੱਖਰ ਭਾਈ ਬਲਜਿੰਦਰ ਸਿੰਘ ਜੀ, ਇਹ ਭਾਈ ਹਰਮਿੰਦਰ ਸਿੰਘ ਜੀ ਮੱਲੀ ਸਾਹਿਬ, ਇਹ ਬੱਚੇ ਜਦੋਂ ਵੀ ਮੈਂ ਇੱਥੇ ਆਉਂਦਾ, ਭਾਵੇਂ 2 ਹਫ਼ਤਿਆਂ ਲਈ ਲੈਸਟਰ 'ਚ ਆਉਂਦਾ ਸੀ, ਇਹਨਾਂ ਨੇ ਪਹਿਲਾਂ ਹੀ ਤਿਆਰੀ ਰੱਖਿਆ ਹੁੰਦਾ ਸੀ ਹੁਣ ਕੀ ਪੜ੍ਹਨਾ ਹੈ। ਤੇ ਜਿਉਂ ਜਿਉਂ ਇਹ ਸਿਆਣੇ ਹੋ ਗਏ, ਆਪ ਅਧਿਆਪਕ ਬਣ ਗਏ। ਤੇ ਹੁਣ ਇਹਨਾਂ ਨੇ ਇਸ ਤੋਂ ਅਗਲੀ ਜਿਹੜੀ ਵਿਦਿਆ ਹੈ, ਜਿਹਨੂੰ ਮੈਂ ਸੰਸਾਰਕ ਵਿਦਿਆ ਦੇ ਨਾਲ ਜੋ ਤੁਲਨਾ ਦੇਵਾਂ, ਤਾਂ ਜਿਵੇਂ ਸੰਸਾਰਕ ਵਿਦਿਆ ਦੇ ਵਿੱਚ PhD ਹੈ, ਹੁਣ ਇਹ ਬੱਚਿਆਂ ਦੇ ਜਿਹੜੇ ਅਧਿਆਪਕ ਨੇ ਉਹ ਮੇਰੇ ਕੋਲੋਂ ਵਿਦਾਂਤ ਵਿਦਿਆ ਜਿਹੜੀ ਹੈ, ਬੜੀ ਗੂੜ ਵਿਦਿਆ ਹੈ,
ਉਹ ਆਪ ਪੜ੍ਹ ਰਿਹਾ ਹੈ ਤੇ ਇਹਨਾਂ ਦੇ ਵਿਦਿਆਰਥੀ ਵੀ ਲਗਭਗ 35-40 ਹੋਣੇ, ਮੈਂ ਗਿਣਿਆ ਤਾਂ ਹੈ ਨਹੀਂ। ਇਹ ਬਾਬਾ ਜੀ ਨੇ ਉੱਥੇ ਕਲਾਸ ਲੱਗਿਆਂ ਦੇ ਵਿੱਚ ਉੱਥੇ ਦਰਸ਼ਨ ਦਿੱਤੇ। ਬੱਚਿਆਂ ਨੂੰ ਵੀ, ਸਾਡੇ ਵਿਦਿਆਰਥੀਆਂ ਨੂੰ ਵੀ ਲਾਭ ਹੋਇਆ। ਮਹਾਂਪੁਰਸ਼ ਵੀ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਵੀ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਬੜਾ ਵਧੀਆ ਚੱਲ ਰਿਹਾ ਹੈ, ਜਿੱਥੇ ਗੁਰਮਤਿ ਦੀ ਇੰਨੀ ਵਧੀਆ ਪੜ੍ਹਾਈ। ਇਹ ਮੈਨੂੰ ਪੁੱਛ ਰਹੇ ਸੀ, ਕਹਿੰਦੇ ਬੱਚੇ ਇਸ ਤਰ੍ਹਾਂ ਹੀ ਬਾਣੀ 'ਚ ਰਹਿੰਦੇ। ਮੈਂ ਕਿਹਾ ਜੀ ਬਾਣੀ ਦੇ ਨਾਲ ਵੀ ਰੰਗੇ ਹੋਏ ਨੇ, ਤੇ ਬਾਣੀ ਦੇ ਜੇ ਬਾਣੀ ਬਾਣਾ ਪੰਖ ਪਛਾਣੋ, ਸਿੰਘ ਨਾਮ ਤੁਸੀਂ ਪੰਛੀ ਜਾਣੋ, ਪਹਿਲੇ ਬਾਣੀ ਫੇਰ ਬਾਣਾ। ਇਹ ਬਾਣੀ 'ਚ ਵੀ ਰੰਗੇ ਨੇ, ਬਾਣੀ 'ਚ ਵੀ ਰੰਗੇ। ਮੈਂ ਇਹਨਾਂ ਬੱਚਿਆਂ ਨੂੰ ਦੱਸ ਰਿਹਾ ਸੀ, ਗੁਰਜੰਟ ਉਹਨਾਂ ਨੂੰ, ਮੈਂ ਬੇਟਾ ਪਹਿਲਾਂ ਤੁਹਾਡੇ ਪਿਤਾ ਨੂੰ ਪੜਾਇਆ ਤੇ ਹੁਣ ਤੁਹਾਨੂੰ ਪੜਾ ਰਹੇ ਹਾਂ, ਵੀ ਇਹ ਕੋਈ ਸੁਭਾਗ ਦੀ ਬਾਤ ਹੈ। ਬਹੁਤ ਪਿਆਰੇ ਤੇ ਚੰਗੇ ਬੱਚੇ ਨੇ। ਮੈਂ ਕਹਿੰਦਾ ਇਹਨਾਂ ਬੱਚਿਆਂ ਤੋਂ ਵੀ ਚੰਗੇ ਇਹਨਾਂ ਦੇ ਮਾਂ-ਬਾਪ ਨੇ, ਜਿਹੜੇ ਇੱਥੇ ਭੇਜਦੇ ਇਸ ਵਾਤਾਵਰਨ 'ਚ ਕਿ ਬੱਚੇ ਜਾ ਕੇ ਕੁਝ ਸਿੱਖਣ। ਇਹ ਬੱਚੇ ਗੁਰਮਤਿ ਦੀ ਵਿਦਿਆ ਪੜ੍ਹ ਰਹੇ ਨੇ। ਮਹਾਂਪੁਰਸ਼ਾਂ ਨੇ ਇਹਨਾਂ ਨੂੰ ਅਸ਼ੀਰਵਾਦ ਦਿੱਤੀ, ਉੱਥੇ ਆਏ। ਮੈਂ ਇਹਨਾਂ ਦਾ ਧੰਨਵਾਦ ਕਰਦਾ। ਆਓ ਹੁਣ ਜਿਹੜੀ ਲੜੀਵਾਰ ਕਥਾ ਹੈ, ਮੈਂ ਸਾਡੇ ਗਿਆਨੀ ਸਿੰਘ ਜਿਹੜੇ ਉੱਥੇ ਭਿੰਡਰੀਓਂ ਪੜ੍ਹੇ ਹੈ, ਰਾਗੀ ਸਾਹਿਬ ਜੀ, ਵੈਸੇ ਤਾਂ ਇਹ ਸੰਗੀਤ ਕਲਾ ਦੇ ਮਾਹਰ ਨੇ ਤੇ ਉੱਥੇ ਸੰਪਰਦਾ ਦੇ ਰਾਗੀ ਨੇ ਸਾਡੇ। ਇਹ ਬਹੁਤ ਸੁੰਦਰ ਕੀਰਤਨ ਹੈ ਉੱਥੇ ਭਿੰਡਰੀ। ਜਦੋਂ ਕਿਤੇ ਕੀਰਤਨ ਦੀ ਹਾਜ਼ਰੀ ਭਰਦੇ ਆ, ਬਹੁਤੇ ਤਾਂ ਲੰਗਰ ਦੀ ਸੇਵਾ ਕਰਦੇ ਆ ਜੀ। ਤੇ ਉਹਨਾਂ ਨੂੰ ਮੈਂ ਕਹਿ ਰਿਹਾ ਸੀ, ਮੈਂ ਕਿਹਾ ਵੀ ਇਤਫਾਕੀਆ ਸ਼ਬਦ ਅੱਜ ਇਹੋ ਜਿਹਾ ਆਇਆ ਹੈ ਵੀ ਇਹ ਸ਼ਬਦ ਬਹੁਤ ਵਿਸਥਾਰ ਵਾਲਾ ਹੈ, ਉਥਾਨਕਾ ਦਾ ਪੱਖ ਵੀ ਹੈ ਔਰ ਇਹਦੇ ਦੂਰੇ ਤੀਰੇ ਅਰਥ ਵੀ ਹੈ। ਵੀ ਸਮੇਂ ਦੇ ਅਨੁਸਾਰ ਆਪਾਂ ਨੂੰ ਇਹਦੇ ਜਿਹੜੇ ਅੰਤਰੀਵ ਅਰਥ ਨੂੰ ਆਪਾਂ ਨੂੰ ਛੱਡਣੇ ਪੈਣਗੇ। ਇਸ ਗੱਲ ਦਾ ਮੈਨੂੰ ਵੀ ਦੁੱਖ ਹੈ, ਔਰ ਜੋ ਛੱਡਣ ਵਾਲੇ ਅਰਥ ਨਹੀਂ, ਪਰ ਉਹ ਆਪਾਂ ਨੂੰ ਛੱਡਣੇ ਪੈਣਗੇ, ਕਿਉਂਕਿ ਸਮੇਂ ਦੇ ਜਿਹੜਾ ਬੰਧਾਨ ਹੈ ਉਹਨੂੰ ਤੋੜਨਾ ਕਿਸੇ ਵਾਸਤੇ ਵੀ ਵਾਜਬ ਨਹੀਂ, ਨਾ ਮੇਰੇ ਵਾਸਤੇ ਨਾ ਤੁਹਾਡੇ ਵਾਸਤੇ। ਤੇ ਗੁਰੂ ਕਿਰਪਾ ਕਰੇ, ਆਓ ਹੁਣ ਆਪਾਂ ਇੱਕ ਇੱਕ ਮਿੰਟ ਵੀ ਜਿਹੜਾ ਬੜਾ ਕੀਮਤੀ ਹੈ, ਆਓ ਮਨ ਵਿੱਚ ਇਕਾਗਰ ਕਰਕੇ ਸਰਵਣ ਕਰੋ ਜੀ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਇਹ ਮਹਾਰਾਜ ਸਾਹਿਬ ਜੀ ਇਹ ਪੂਰਾ ਸ਼ਲੋਕ ਬੋਲਦੇ ਨੇ ਜੀ ਤੁਸੀਂ। ਸ਼ਲੋਕ ਮਹੱਲਾ ਚੌਥਾ। ਤੇ ਇਹ ਜਿਹੜੀ ਵਾਰ ਹੈ, ਗੌੜੀ ਦੀ ਵਾਰ, ਇਹ ਚੌਥੇ ਪਾਤਸ਼ਾਹ ਦੀ ਵਾਰ ਦਾ ਅਰਥ ਪੌੜੀਆਂ ਹੁੰਦਾ ਹੈ। ਇਹ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਤੇ ਮਹੱਲੇ ਤੇ ਸ਼ਲੋਕ ਵੀ ਚੌਥੇ ਪਾਤਸ਼ਾਹ ਦੇ। ਸ਼ਲੋਕ ਮਹੱਲਾ ਚੌਥਾ। ਇਹ ਸੂਚਨਾ ਦਿੱਤੀ ਹੈ ਵੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਅੰਮ੍ਰਿਤ ਬਚਨ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤੇ ਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਸੰਗਤਾਂ ਨੇ ਉਹਨਾਂ ਨੂੰ ਪਾਰ ਬ੍ਰਹਮ ਰੂਪ ਕਰਕੇ ਨਮਸਕਾਰਾਂ ਕੀਤੀਆਂ। ਤੇ ਉਹ ਗੁਰੂ ਰਾਮਦਾਸ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਗਰੀਬ ਨਵਾਜ਼, ਆਪ ਜੀ ਤਾਂ ਉਸ ਵੇਲੇ ਸੇਵਾ ਦੇ ਵਿੱਚ ਸੀ, ਵੀ ਗੁਰੂ ਅਮਰਦਾਸ ਮਹਾਰਾਜ ਦੀ ਉਹ ਕਹਾਣੀ ਕਿਸ ਤਰ੍ਹਾਂ ਹੋਈ, ਜਿਹੜੇ ਮਰਵਾਹਿਆਂ ਨੇ ਮਹਾਰਾਜ ਸਾਹਿਬ ਨੂੰ ਬੜਾ ਤੰਗ ਕੀਤਾ ਸੀ, ਉਹ ਕਹਾਣੀ ਮਹਾਰਾਜ ਕੀ ਸੀ? ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਇਹ ਸ਼ਬਦ ਉਚਾਰਨ ਕਰਕੇ ਉਹ ਸਾਰੀ ਵਾਰਤਾ ਕਹੀ ਹੈ। ਇਹਦੇ ਬਾਹਜ ਅਰਥ ਨੇ ਜਿਹੜੇ ਇਤਿਹਾਸ ਨਾਲ ਸੰਬੰਧ ਰੱਖਦੇ ਆ। ਉਹ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਗੋਂਦਾ ਖੱਤਰੀ ਸੀ ਜਿਹੜਾ, ਤੇ ਉਹ ਆਪਣਾ ਨਗਰ ਵਸਾਉਣਾ ਚਾਹੁੰਦਾ ਸੀ, ਨਗਰ ਨਹੀਂ ਸੀ ਬਸ ਰਿਹਾ। ਇਤਿਹਾਸਕ ਤੱਥ ਨੇ ਕੋਈ ਕਲਪਨਾ ਦੇ ਆਧਾਰ ਤੇ ਬਾਤ ਜਿਹੜੀ ਕਹਿਣੀ ਉਹ ਵਾਜਬ ਨਹੀਂ ਹੁੰਦੀ, ਫਿਰ ਵੀ ਸੰਗਤ ਵਿੱਚ ਇਤਿਹਾਸਕ ਤੱਥ ਨੇ ਕਿ ਉੱਥੇ ਕੋਈ ਪਾਪ ਐਡਾ ਵੱਡਾ ਹੋ ਗਿਆ ਸੀ ਜਿਹਦੇ ਕਾਰਨ ਉੱਥੇ ਭੂਤਾਂ ਪ੍ਰੇਤਾਂ ਦਾ ਵਸਾ ਸੀ। ਇਤਿਹਾਸ ਉਹ ਖੰਡੂਰ ਸਾਹਿਬ ਪਹੁੰਚਿਆ, ਕਹਿੰਦਾ ਗਰੀਬ ਨਵਾਜ਼, ਮੈਂ ਨਗਰੀ ਵਸਾਉਣੀ ਚਾਹੁੰਦਾ, ਪਰ ਮੈਂ ਜੇ ਦਿਨੇ ਇਮਾਰਤ ਉਸਾਰਦਾ ਤੇ ਭੂਤ ਪ੍ਰੇਤ ਢਾ ਦਿੰਦੇ, ਰਾਤ ਨੂੰ ਉਜਾੜ ਹੋ ਗਿਆ, ਉੱਥੇ ਕੋਈ ਬਸੋ ਨਹੀਂ। ਯਾਰ ਮੈਂ ਬੜਾ ਤੰਗ ਹਾਂ ਇਸ ਗੱਲੋਂ ਵੀ ਹੁਣ ਸਾਰੇ ਪਾਸਿਓਂ ਨਿਰਾਸ਼ ਹੋ ਕੇ ਮੈਂ ਤੁਹਾਡੇ ਚਰਨਾਂ 'ਚ ਪਹੁੰਚਿਆ, ਤਾਂ ਕਿ ਤਵੀਜ਼ ਕਰਨ ਵਾਲੇ ਭੂਤਾਂ ਪ੍ਰੇਤਾਂ ਨੂੰ ਬਸ ਕਰਨ ਵਾਲੇ ਬੜਾ ਮੱਥਾ ਮਾਰ ਲਿਆ ਉਹਨਾਂ ਦਾ, ਕੁਛ ਨਹੀਂ ਹੋਇਆ। ਤੇ ਹੁਣ ਮਹਾਰਾਜ ਤੁਸੀਂ ਕਿਰਪਾ ਕਰੋ, ਸੰਸਾਰ ਦੇ ਗੁਰੂ ਹੋ। ਤਾਂ ਮਹਾਰਾਜ ਸਾਹਿਬ ਨੇ ਪਰਖਣ ਵਾਸਤੇ ਆਪਣੇ ਵੱਡੇ ਸਪੁੱਤਰ ਨੂੰ ਕਿਹਾ ਤੇ ਦਾਤੂ ਨੂੰ ਕਿਹਾ ਕਿ ਬੇਟਾ ਦਾਤੂ, ਇਹ ਜਾ ਇਹਨਾਂ ਦੇ ਨਾਲ ਨਗਰ ਵਸਾ ਦੇ। ਕਹਿੰਦਾ ਪਿਤਾ ਜੀ, ਇਹ ਪ੍ਰੇਤਾਂ ਨਾਲ ਲੜਨ ਵਾਸਤੇ ਮੈਂ ਰਹਿ ਗਿਆ, ਕਿਸੇ ਹੋਰ ਸਿੱਖ ਨੂੰ ਭੇਜ ਦਿਓ। ਮਹਾਰਾਜ ਕਹਿੰਦੇ ਕੋਈ ਨਹੀਂ ਬੇਟਾ, ਮੈਂ ਇਸ ਕਰਕੇ ਕਿਹਾ ਵੀ ਕੱਲ ਨੂੰ ਤੂੰ ਕਿਤੇ ਸ਼ਿਕਾਇਤ ਨਾ ਕਰੇ। ਛੋਟੇ ਨੂੰ ਕਹਿਣ ਲੱਗੇ ਦਾਸੂ ਨੂੰ, ਬੇਟਾ ਤੂੰ ਚਲੇ ਜਾ। ਕਹਿੰਦਾ ਪਿਤਾ ਜੀ, ਮੈਂ ਵੀ
मेरे बस की गल है नहीं। नहीं महाराज मैंने तो इत्थे रहन दे, मैं नहीं जाना उत्थे, किथे भूतां प्रेतां नाल मत्था मारांगे। इतिहास कहंदा है कि गुरु अमरदास महाराज की उम्र 71 साल पूरे होके 72वां लग्या सी जदों गुरु की सेवा विच आए सी। ਜਿਹੜਾ ਸਮਾਂ ਮੰਜੇ ਤੇ ਬਹਿ ਕੇ ਆਰਾਮ ਕਰਦਾ ਉਸ ਵੇਲੇ ਗਾਗਰ ਚੁੱਕੀ 12 ਸਾਲ ਢੋਈ। ਰਿਸ਼ਤੇਦਾਰੀ ਚ ਕੁੜਮ ਲੱਗਦੇ ਨੇ ਪਰ ਕੁੜਮਾਦਾਰੀ ਦੀ ਗੱਲ ਛਿੱਕੇ ਦੇ ਟੰਗ ਦਿੱਤੀ। ਸੇਵਕ ਬਣ ਕੇ ਸੇਵਾ ਕਮਾਈ, ਵਿੱਚ ਦੁਨੀਆ ਸੇਵ ਕਮਾਈ ਤੰਦਰ ਕਿਆ ਪੈਸਾ। ਮਹਾਰਾਜ ਸਾਹਿਬ ਜੀ ਨੇ ਇੱਕੋ ਹੀ ਵਚਨ ਕਿਹਾ, ਪੁਰਖਾ ਜਦੇ ਕੰਵਰ ਕਸਕਰ। ਗਰੀਬ ਨਵਾਜ ਆ ਗਿਆ, ਕਹਿੰਦੇ ਗੋਂਦੇ ਦੇ ਨਾਲ ਜਾਓ। ਸਤਿਵਚਨ ਠੀਕ ਹੈ ਮਹਾਰਾਜ। ਜਹ ਵਿਸਾਲੇ ਤੈ ਬੈਸਾ ਸੁਆਮੀ, ਜਹ ਭੇਜੇ ਤੈ ਜਾਵਾਂ। ਸਭ ਨਗਰੀ में एको राजा, ਸਵੇ ਪਵਿੱਤ ਹੈ ਥਾਂ। ਮੇਰੇ ਲਈ ਕੋਈ ਭੂਤ ਪ੍ਰੇਤ ਵਾਲੀ ਥਾਂ ਨਹੀਂ, ਮੇਰੇ ਲਈ ਉਹ ਵੀ ਥਾਂ ਜਿੱਥੇ ਮੇਰੇ ਗੁਰੂ ਦੀ ਆਗਿਆ ਹੋਗੀ, ਉਹ ਮੇਰੇ ਲਈ ਪਵਿੱਤਰ ਹੈ ਥਾਂ। ਮੈਂ ਤਿਆਰ ਹਾਂ ਜਾਣ ਨੂੰ। ਖੁਸ਼ ਹੋ ਗਏ, ਕਹਿਣ ਲੱਗੇ ਪੁਰਖਾ बड़िया बड़िया शक्तियां ने जिन्हां दा तू मुकाबला करना है। पहली तो गल है मैं तेनू वचन देना, तेरा प्रताप ही ऐसा तेनू वेखदे ही दौड़ जाणगे। पर जे किते कोई अड़िया आ मैं अपने हाथ दा सोटा देना, सोटा मारन दी लोड़ नहीं पई, तो एक बारी सीधा कर दी अग लग जाऊगी उन्हां शक्तियां। यह इतिहास है। ऐसा ही होया। महाराज साहब जी ने उत्थे जाना, भूतां प्रेतां तो स्वच्छ धरती करनी, फिर वो जगह वसाउणी जिन्हों भट्ट कहते हैं गोविंद बाल गोविंदपुरी सम, जलन तीर विपास बनायो। सचखंड वर्गी पूरी इत्थे बनाती व्यासा के किनारे। गोंदा खतरी कहन लग्या महाराज बाबा अमरदास जी, उदों बाबा अमरदास जी तुसीं बड़ी किरपा कीती। कहंदे ने किरपा खडूर साहब वाली सतगुरां दी है। महाराज जी ज्योति जोत समा गए, गुरता गद्दी दे मार्ग तीसरे पातशाह बन के कहते पुरखा मेरे पुत्र ईर्खा करनगे, तू जिहड़ा नगरी वसाई है उत्थे बसना। ते महाराज साहब नूं कहा सी गोंदे ने, महाराज तुहाडे नां दा अंगदपुरी वसा दईए उत्थे। महाराज कहते क्यों? कहते जी तुहाडी किरपा नाल वसन लगी है। कहते नहीं, इतिहास गलत हो जाएगा। मेरे गुरु नानक ने करतार दे नां ते करतारपुर वसाया, नानकपुरा ने वसाया अपने घर। इसलिए हाँ भी तेरे नां ते वसा देने। कहंदा नहीं महाराज। कहंदे चलो गोबिंद तेरा नाम गोंदा है, गोबिंद परमेश्वर दा नाम है, फिर परमेश्वर दी पूरी वसा देने। गोविंदवाल पुरी दा नां रखिया गुरु अंगद देव जी महाराज। गुरु अमरदास महाराज नूं कहण लगा सच्चे पातशाह जो पदार्थ चाहिए ये सब कुछ हुण मेरी नगरी वस गई तुहाडी किरपा दे नाल। जमीन दत्ती खुली, पदार्थ दत्ता, उमड़ उमड़ के संगतां आउण लगियां। माया अंगीकार नहीं सी करदे महाराज। जिन्नी रसद मिलदी उन्नी वरदे, बाकी जिहड़े कलश सी वो भी मुद्धे कर दिंदे। जिहड़ा अन्न बचिया पशुआं जे उदों बचिया व्यासा दे विच रखना नहीं कोई। गड्डियां दे गड्डे खड़े हुंदे सी, किहड़े नगर दे गड्डियां दी वारी है, वारी मिलदी सी जी लंगर दी सानूं वारी दे दिओ। ते महाराज साहब सच्चे पातशाह दा प्रताप छा गया। ते उस वेले हुण गोंदा अपनी उम्र भोग के मर गया। ਇਹਦੇ ਆਪਣੀ औलाद है ना सी, ਇਹਨੇ ਭਰਾ ਦਾ ਪੁੱਤਰ ਲੈ ਲਿਆ ਪਾਲਕ ਪੁੱਤਰ। ਉਹ ਬੜਾ ਕਚੱਜਾ ਸੀ। ਜਦੋਂ ਗੋਇੰਦਵਾਲ ਸਾਹਿਬ ਅਕਬਰ ਵਰਗੇ ਆ ਕੇ ਉੱਥੇ 84 ਪਿੰਡਾਂ ਦਾ ਪੱਟਾ ਲਿਖ ਕੇ ਦੇ ਗਏ, ਜਿਹਦਾ ਬਾਬਾ ਬੁੱਢਾ ਸਾਹਿਬ ਜੀ ਸਾਰੀ ਦੀ ਸਾਰੀ ਦੇਖਭਾਲ 84 ਪਿੰਡਾਂ ਦੀ ਬਾਬਾ ਬੁੱਢਾ ਸਾਹਿਬ ਜੀ ਕਰਦੇ ਰਮਦਾਸ ਨਗਰ ਦੇ ਵਿੱਚ ਰਹਿ ਕੇ। ਇਹ ਸਭ ਕੁਝ ਦੇਖ ਕੇ ਗੋਂਦੇ ਦਾ ਜਿਹੜਾ ਪਾਲਕ ਪੁੱਤਰ ਸੀ ਉਹਦਾ ਮਨ ਬੇਈਮਾਨ ਹੋ ਗਿਆ। ਉਹ ਆ ਕੇ ਇੱਕ ਦਿਨ ਕਹਿਣ ਲੱਗਾ ਗੁਰੂ ਅਮਰਦਾਸ ਜੀ ਨੂੰ, ਕਹਿੰਦਾ ਜੀ ਦੇਖੋ ਇਹ ਜ਼ਮੀਨ ਸਾਡੀ ਹੈ ਜਿਹਦੇ ਤੁਸੀਂ ਡੇਰਾ ਬਣਾਇਆ ਹੋਇਆ। ਮਾਰੇ ਕਹਿੰਦੇ ਇਹ ਕਿਹੋ ਜੀ ਭਾਸ਼ਾ ਬੋਲਦਾ ਤੂੰ? ਇਹ ਤਾਂ ਉਜੜਿਆ ਹੋਇਆ, ਉਜੜ ਥੇ ਵਸਾਇਆ। ਗੁਰੂ ਅੰਗਦ ਦੇਵ ਜੀ ਕਿਰਪਾ ਨਾਲ ਉਜੜਿਆ ਹੋਇਆ ਨਗਰ ਵਸਿਆ। ਤੁਹਾਡਾ ਕਿੱਥੇ ਸੀ? ਇਹ ਤੇਰਾ ਬਾਪ ਤਾਂ ਮਿੰਤਾਂ ਕਰ ਕਰਕੇ ਲੈ ਕੇ ਆਇਆ। ਕਹਿੰਦਾ ਨਹੀਂ ਜੀ ਇਹ ਜ਼ਮੀਨ ਸਾਡੀ ਹੈ, ਤੁਸੀਂ ਇਹਦੇ ਚ ਬਹਿਨੇ ਹੋ, ਇਹਦਾ ਕੋਈ ਠੇਕਾ ਦਿਓ ਮੈਨੂੰ।
ਉਹ ਮਾਰੇ ਕਹਿੰਦੇ ਭਲਿਆ ਇਹ ਤਾਂ ਗੁਰੂ ਦੇ ਨਾਂ ਤੇ ਲਵਾ ਚੁੱਕਿਆ ਤੇਰਾ ਬਾਪ। ਕਹਿੰਦਾ ਨਹੀਂ ਜੀ ਇਹ ਨਹੀਂ ਹੋ ਸਕਦਾ। ਮਾਰੇ ਕਹਿੰਦੇ ਦੇਖ ਲੰਗਰ 'ਚ ਪ੍ਰਸ਼ਾਦਾ ਛਕ ਲਿਆ ਕਰ, ਸਾਰੇ ਟੱਬਰ ਨੂੰ ਲਿਆ ਛਕਾ ਦਿਆ ਕਰਾਂਗੇ। ਕਹਿੰਦਾ ਜੀ ਅਸੀਂ ਮੰਗਦੇ ਥੋੜੀਆਂ ਤੇ ਗੁਰਦੁਆਰੇ ਦੇ ਰੋਟੀਆਂ ਹਾਂ ਜੀ, ਜ਼ਮੀਨ ਦੇ ਮਾਲਕ ਆ ਸਰਦਾਰ ਵੱਡੇ, ਅੱਧ ਦਿਓ ਸਾਨੂੰ ਪੂਜਾ ਤੋਂ। ਪੰਗਤ 'ਚ ਬੈਠਾ ਕੇ ਕਹਿਣਗੇ ਗੁਰਦੁਆਰੇ ਰੋਟੀ ਖਾਂਦਾ ਹੈ, ਜਦੋਂ ਅੱਧ ਮਿਲੂਗਾ ਉਹ ਕਿਹੜਾ ਕਿਸੇ ਨੇ ਦੇਖਣਾ ਹੈ। ਪੂਜਾ ਦੇ ਤੁਹਾਨੂੰ ਐਂ ਵੀ ਵੰਡ ਲੈਂਦੇ ਭਾਈ ਲੋਕ। ਗੁਰੂ ਸਾਹਿਬ ਕਹਿੰਦੇ ਇਹ ਨਹੀਂ ਹੋਣਾ, ਲੰਗਰ 'ਚ ਜੋ ਮਰਜ਼ੀ ਆਵੇ ਛਕੇ। ਇਹ ਹੁਣ ਜਿਹੜੀ ਗੁਰੂ ਨਾਨਕ ਦੇ ਨਾਂ ਨੂੰ ਜਿਹੜੀ ਚੀਜ਼ ਆ ਗਈ ਗੁਰੂ ਨਾਨਕ ਦੀ ਰਹਿ ਗਈ। ਕਹਿੰਦਾ ਕੋਈ ਨਹੀਂ ਮੈਂ ਹਿੱਕ ਦੇ ਜ਼ੋਰ ਨਾਲ ਲੈ ਲੂੰ। ਮਾਰੇ ਕਹਿੰਦੇ ਲੈ ਲਈ, ਅਸੀਂ ਜੋ ਫਕੀਰ ਬੰਦੇ ਇੱਥੋਂ ਉੱਡ ਕੇ ਹੋਰ ਤਾਂ ਚਲੇ ਜਾਵਾਂਗੇ, ਪਰ ਗੁਰੂ ਦਾ ਹੁਕਮ ਇੱਥੇ ਬਹਿਣ ਦਾ, ਮੈਂ ਤਾਂ ਆਪਣੇ ਗੁਰੂ ਦੇ ਹੁਕਮ। ਇਹਨਾਂ ਨੂੰ ਇੱਕ ਇਹਨਾਂ ਦਾ ਮਰਵਾਹਿਆਂ ਦਾ ਪ੍ਰੋਹਤ ਸੀ। ਉਹ ਕਹਿੰਦਾ ਗੋਂਦੇ ਦੇ ਪੁੱਤਰ ਨੂੰ, ਕਹਿੰਦਾ ਗੱਲ ਸੁਣ ਮੈਂ ਤੈਨੂੰ ਰਾਏ ਦਿੰਦਾ, ਤੂੰ ਚੱਲ ਕੇ ਉੱਥੇ ਦਿੱਲੀ ਪੁਕਾਰ ਕਰ। ਇਹਨਾਂ ਤੇ ਪੁਕਾਰ ਕਰਨ ਦਾ ਇੱਕ ਢੰਗ ਹੁੰਦਾ ਸੀ, ਗੰਦਗੀ ਦਾ ਮੈਲਾ ਕਚੈਲਾ ਜਿਹਨੂੰ ਕਾਲੀਆਂ ਤੇ ਨੀਲੀਆਂ ਟਾਕੀਆਂ ਲੱਗੀਆਂ ਹੋਣ, ਬਦਬੂ ਦਾ ਭਰਿਆ ਹੋਵੇ, ਉਹ ਬੁਰਕਾ ਪਾ ਕੇ ਨਾ ਫਿਰ ਉੱਚੇ ਦੇ ਕੇ ਚਾਂਗ ਮਾਰਨੀ ਹੁੰਦੀ ਸੀ, ਬਾਦਸ਼ਾਹ ਦਾ ਧਿਆਨ ਆ ਜਾਵੇ। ਤੇ ਉਹ ਜਦੋਂ ਚਾਂਗ ਮਾਰਦਾ ਸੀ ਬਾਦਸ਼ਾਹ ਕਹਿੰਦਾ ਸੀ ਕੌਣ ਹੈ? ਇਹ ਜੀ ਫਲਾਣਾ ਦੁਖੀ ਆਇਆ, ਕੋਈ ਪੁਕਾਰ ਕਰਦੇ ਬੜਾ ਹੋ ਗਏ। ਇਸ ਤਰ੍ਹਾਂ ਇਹ ਸਿਸਟਮ ਸੀ ਅਕਬਰ ਦੇ ਜ਼ਮਾਨੇ। ਇਹਨਾਂ ਨੇ ਜੀ ਜਾ ਕੇ ਦਿੱਲੀ ਉੱਥੇ ਪੁਕਾਰ ਕੀਤੀ, ਤੇ ਜਿਸ ਵੇਲੇ ਪੁਕਾਰ ਕੀਤੀ ਚਾਂਗ ਜੀ ਮਾਰੀ, ਤੇ ਅਕਬਰ ਕਹਿੰਦਾ ਕੌਣ ਹੈ? ਕਹਿੰਦੇ ਜੀ ਗੋਂਦੇ ਦਾ ਪਾਲਕ ਪੁੱਤਰ ਹੈ। ਕਹਿੰਦੇ ਬੁਲਾਓ। ਅੱਗੇ ਬੁਲਾਇਆ, ਕਹਿੰਦਾ ਵੀ ਕਿਆ ਬਾਤ ਹੈ, ਇਹ ਕਿਸ ਤੇ ਪੁਕਾਰੂ ਹੈ ਤੂੰ? ਪੁੱਛਣਾ ਹੀ ਸੀ ਨਾ, ਕਿਸ ਨੇ ਦੁੱਖ ਦਿੱਤਾ ਤੈਨੂੰ? ਉਹ ਅਜੇ ਬੋਲਣੇ ਲੱਗਿਆ, ਇੱਕ ਉੱਥੇ ਪਠਾਨ ਬੈਠਾ ਸੀ ਮੁਸਲਮਾਨ, ਉਹ ਕਹਿੰਦਾ ਜੀ ਇਹਨੇ ਕੀ ਦੱਸਣਾ, ਮੈਂ ਦੱਸਦਾ। ਅੱਛਾ ਤੈਨੂੰ ਪਤਾ? ਕਹਿੰਦੇ ਹਾਂ ਮੈਨੂੰ ਪਤਾ ਹੈ। ਇਹ ਉਹਨਾਂ ਤੇ ਪੁਕਾਰ ਕਰਨ ਆਇਆ ਜਿਨ੍ਹਾਂ ਦੇ ਦਰਸ਼ਨ ਤੁਸੀਂ ਨੰਗੇ ਪੈਰੀ ਕਰਨ ਗਏ ਸੀ, ਗੁਰੂ ਅਮਰਦਾਸ ਤੇ। ਕਹਿੰਦੇ ਹਾਂ, ਪੁੱਛੋ ਇਹਨੂੰ। ਇਹ ਉਹਨਾਂ ਤੇ ਪੁਕਾਰ ਕਰਨਾ ਹੈ ਜਿਨ੍ਹਾਂ ਨੂੰ 84 ਪਿੰਡਾਂ ਦਾ ਪੱਟਾ ਲਿਖ ਕੇ ਉਹ ਲੈਂਦੇ ਨਹੀਂ ਸੀ, ਉਹਨਾਂ ਦੀ ਪੁੱਤਰੀ ਬੀਬੀ ਭਾਨੀ ਨੂੰ ਲਿਖ ਕੇ ਆਏ ਹੋ ਤੁਸੀਂ। ਇਹਦੀ ਮਜ਼ਾਲ। ਕਹਿਣ ਲੱਗੇ ਨੌਕਰੋ ਜੀ ਹਜ਼ੂਰ ਇਸ ਤਰ੍ਹਾਂ ਕਰੋ, ਇੱਥੇ ਜਿਹੜੇ ਗੰਦੇ ਸਾਫ਼ ਕਰਨ ਵਾਲੇ, ਬਿਸਟਾ ਸਾਫ਼ ਕਰਨ ਵਾਲੇ, ਉਹਨਾਂ ਨੂੰ ਕਹੋ ਬਿਸਟੇ ਦੀਆਂ ਟੋਕਰੀਆਂ ਦੇ ਸਿਰਾਂ ਦੇ ਉੱਤੇ ਪਾ ਦਿਓ ਤੇ ਧੱਕੇ ਮਾਰ ਕੇ ਬਾਹਰ ਕੱਢੋ। ਇਹਨਾਂ ਨੇ ਕੱਢੋ ਤੇ ਮੇਰੇ ਦਰਬਾਰ ਚੋਂ ਬਾਹਰ। ਗੰਦਗੀ ਪਾਈ ਮਹਾਰਾਜ ਨੇ, ਕੋਈ ਨਹੀਂ ਕਸਰ ਛੱਡੀ, ਇਹਦੇ 'ਚ ਇਹ ਲਿਖ ਦਿੱਤਾ ਵੀ ਕੀ ਕੀ ਪਿਓ ਤੇ। ਇਹ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਉਹ ਨਕਸ਼ਾ ਬਣ ਕੇ ਨਾ ਅੱਜ ਦੀ ਕਥਾ 'ਚ ਇਹ ਸ਼ਬਦ ਆਇਆ। ਦੇਖੋ ਸੰਸਥਾਵਾਂ ਜਿਹੜਾ ਜਿਹੇ ਜਿਹੇ ਸਕੂਲ 'ਚ ਪੜ੍ਹਿਆ, ਹੁਣ ਇਹ ਬੱਚੇ ਨਾ ਸਿਸਟਮ ਨਾਲ, ਤਰੀਕੇ ਨਾਲ ਸੰਪਰਦਾਇ ਵਿਦਿਆ ਪੜ੍ਹਦੇ। ਜੋ ਸੰਪਰਦਾ ਦੇ 'ਚ ਪੜ੍ਹਾਈ ਜਾਂਦੀ, ਉਹ ਸੰਪਰਦਾਇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪਰਦਾ ਚਲਾਈਆਂ, ਭਾਵੇਂ ਉਹ ਨਿਰਮਲ ਸੰਪਰਦਾ ਹੈ, ਭਾਵੇਂ ਉਹ ਨਿਹੰਗ ਸਿੰਘ ਸੰਪਰਦਾ ਹੈ, ਭਾਵੇਂ ਉਹ ਸੰਪਰਦਾ ਦਮਦਮੀ ਟਕਸਾਲ ਹੈ, ਇਹ ਸਿਸਟਮ ਨਾਲ ਪੜ੍ਹ ਰਹੇ ਨੇ ਬੱਚੇ ਸਾਰੇ। ਆ ਤੁਹਾਡੇ ਵਿੱਚ ਬੱਚਾ ਬੈਠਾ ਜੌਬ ਛੱਡ ਕੇ ਕਹਿੰਦਾ ਜਿੰਨੀ ਦੇਰ ਤੱਕ ਸੰਥਿਆ ਹੁੰਦੀ ਹੈ ਇੱਥੇ ਪਾਠ ਬੁੱਧ ਦੇ ਵਿੱਚ, ਬੱਚਿਆਂ ਨੂੰ ਸ਼ੌਕ ਹੈ ਇੱਥੇ, ਸਾਡੇ ਉੱਥੇ ਪੰਜਾਬ 'ਚ ਨਹੀਂ ਆਖਣ ਗਿਆ। ਤੋ ਇਸ ਕਰਕੇ ਹੁਣ ਜਿਹੜਾ ਜਿਸ ਵਾਤਾਵਰਨ 'ਚ ਪੜ੍ਹਿਆ, ਜਿਹੇ ਜਿਹੇ ਸਕੂਲ 'ਚ ਪੜ੍ਹਿਆ, ਉਹਦਾ ਪ੍ਰਭਾਵ ਰਹਿੰਦਾ ਹੀ ਹੈ। ਸੰਪਰਦਾ ਦੇ ਵਿੱਚ ਜਿਹੜਾ ਸ਼ਬਦ ਉਥਾਨਕਾਂ ਨਾਲ ਸੰਬੰਧ ਰੱਖਦਾ, ਉਹਦੀ ਉਥਾਨਕਾ ਪਹਿਲਾਂ ਪੜ੍ਹਨੀ ਚਾਹੀਦੀ ਹੈ। ਇਹ ਸ਼ਬਦ ਕਿੱਥੇ ਉਚਾਰਨ ਕੀਤਾ, ਕਿਉਂ ਉਚਾਰਿਆ, ਕੀ ਇਹਦੇ ਅਰਥ। ਬਾਕੀ ਭਾਈ ਦੂਸਰੇ ਭਾਈ ਵੀ ਹੈਗੇ ਜਿਹੜੇ ਉਹ ਤਾਂ ਦੱਬੀ ਜਾਂਦੇ ਨੇ, ਉਥਾਨਕਾ ਕਹਿੰਦੇ ਨਾ ਜੀ ਇਹ ਤਾਂ ਐਵੇਂ ਕਲਪ ਤੇ ਹੁੰਦੀ ਹੈ। ਹਾਲਾਂਕਿ ਇਤਿਹਾਸਕ ਤੱਥ, ਗੁਰੂ ਕਿਰਪਾ ਕਰੇ। ਆਓ ਅੱਗੇ ਹੁਣ ਗੁਰੂ ਰਾਮਦਾਸ ਸਾਹਿਬ ਜੀ ਉਹ ਦੱਸ ਰਹੇ, ਗੁਰਸਿੱਖੋ ਇਹ ਸਾਰਾ ਕੁਝ ਮੇਰੇ ਅੱਖੀ ਵੇਖਣ ਵੇਲੇ ਹੋਇਆ, ਉਹ ਸਾਨੂੰ ਅੱਖੀ ਡਿਠਾ ਹਾਲ ਰੱਖਦੇ ਹਾਂ। ਬੋਲੋ ਜੀ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਮੈਲ ਦਾ ਭਰਿਆ ਹੋਇਆ, ਔਰ ਫਿਰ ਕੱਲਾ ਮੈਲ ਹੀ ਨਹੀਂ, ਜੂਈ ਉਹਦੇ ਜੁੱਲੜ 'ਚ ਜੂਆਂ ਪਈਆਂ ਹੁੰਦੀਆਂ, ਕਿਹੜਾ ਇੱਕ ਨੇ ਪਾਇਆ ਹੁੰਦਾ, ਉਹ ਪੁਕਾਰਾ ਕਰਨ ਵਾਲੇ ਰੋਜ਼ ਆਏ ਹੁੰਦੇ ਨੇ। ਇਹਨੂੰ ਜੂਈ ਪਾਠ ਨਹੀਂ ਕਰਨਾ, ਪਾਠ ਦੀ ਭਾਈ ਇਹ ਘੁੰਡੀ ਵੀ ਹੈ, ਇਹਨੂੰ ਜੂਈ ਬੋਲਣਾ, ਕਿਤੇ ਜੂਆਂ ਦਾ ਵਾਚਕ ਸ਼ਬਦ ਹੈ। ਮੈਲ ਦਾ ਭਰਿਆ ਤੇ ਜੂਆਂ ਦਾ ਭਰਿਆ ਹੋਇਆ, ਨੀਲੀਆਂ ਤੇ ਕਾਲੀਆਂ ਜਿਸ ਨੂੰ
ਟਾਕੀਆਂ ਲਾਈਆਂ ਹੋਈਆਂ। ਖਿੰਦੋੜੇ ਦਾ ਅਰਥ ਹੈ ਗੋਦੜਾ। ਇਹ ਗੋਦੜਾ ਉਹਨੇ ਪਹਿਨਿਆ ਹੋਇਆ ਸੀ। ਤਿਨ ਬੇਮੁਖ ਬੇਮੁਖੈ ਨੂੰ ਪਾਇਆ। ਉਹ ਬੇਮੁਖ ਗੋਂਦੇ ਦੇ ਪੁੱਤਰ ਦੇ, ਬੇਮੁਖ ਉਹਦੇ ਸਾਥੀ ਨੇ ਕਹਿ ਕੇ ਪਵਾਇਆ ਸੀ। ਇਹ ਉਹ ਜਿਹੜਾ ਨਾਲ ਲੈ ਕੇ ਆਇਆ ਸੀ ਵੀ ਚੱਲ ਆਪਾਂ ਪੁਕਾਰ ਕਰਦੇ ਹਾਂ, ਇਹ ਜਿਹੜਾ ਪ੍ਰੋਧ ਬਣਿਆ ਸੀ ਮਰਵਾਇਆਂ ਦਾ। ਤੇ ਇਸ ਕਰਕੇ ਬੇਮੁਖ ਨੇ ਬੇਮੁਖ ਨੂੰ ਇਸ ਪ੍ਰਕਾਰ ਦੇ ਇਹ ਪਵਾਇਆ ਸੀ। ਪਾਸ ਨ ਦੇਈ ਕੋਈ ਬਹਿਣ ਜਗਤ ਮਹਿ। ਹੁਣ ਜਦੋਂ ਉੱਥੇ ਅਕਬਰ ਨੇ ਧੱਕੇ ਮਾਰੇ ਔਰ ਲੋਕਾਂ 'ਚ ਚਰਚਾ ਹੋ ਗਈ ਵੀ ਇਹ ਗੁਰੂ ਦਾ ਦੋਖੀ ਹੈ, ਨਿੰਦਕ ਹੈ। ਜਿਹੜੇ ਨੂੰ ਵੀ ਪਤਾ ਲੱਗਦਾ ਹੈ ਉਹ ਪਿੱਠ ਕਰ ਲੈਂਦਾ, ਕਹਿੰਦਾ ਮੇਰੇ ਤਾਂ ਮੱਥੇ ਨਾ ਲੱਗੇ, ਇਹ ਗੁਰੂ ਤੇ ਬੇਮੁਖ ਹੈ। ਇਸ ਕਰਕੇ ਫਿਰ ਉਹਨੂੰ ਜਗਤ ਦੇ ਵਿੱਚ ਸੰਸਾਰ, ਜਗਤ ਸ਼ਬਦ ਹੈ ਹਾਂਜੀ ਬਹਿਣ। ਇਹ ਜਗਤ ਦਾ ਅਰਥ ਇਹ ਹੈ ਸਾਧ ਸੰਗਤ ਜੀ, ਜਿਹੜਾ ਜੱਜਾ ਸ਼ਬਦ ਹੈ ਨਾ, ਇਹ ਤਾਂ ਜਨਮ ਦਾ ਵਾਚਕ ਹੈ। ਜਿਹੜਾ ਜਨਮ ਲੈ ਕੇ ਪੈਦਾ ਹੋ ਕੇ ਗਤ ਨਾਸ ਹੋ ਜਵੇ ਨਾ, ਉਹਨੂੰ ਕਹਿੰਦੇ ਨੇ ਜਗਤ। ਨਾਸਮਾਨ ਸੰਸਾਰ, ਇਹ ਜਗਤ ਦੇ ਵਿੱਚ ਹੁਣ ਕੋਲ ਉਹਨੂੰ ਕੋਈ ਬਹਿਣ ਨਹੀਂ ਦਿੰਦਾ। ਉਹ ਕਹਿੰਦੇ ਉਹ ਪਰੇ ਕਰੋ, ਪਰੇ ਨੂੰ, ਇਹ ਗੁਰੂ ਤੋਂ ਬੇਮੁਖ ਹੈ, ਇਹ ਪਾਪ ਲੱਗੂਗਾ ਜੇ ਇਹਦੇ ਕੋਲ ਬਿਠਾ ਲਿਆ। ਜਿਵੇਂ ਸੱਤੇ ਬਲਵੰਡੇ ਦੀ ਕਥਾ ਸੁਣੀ ਆਪ ਜੀ ਨੇ, ਕੋਈ ਸਿੱਖ ਮੂੰਹ ਨਹੀਂ ਸੀ ਲਾਉਂਦਾ। ਚਲੋ ਤਾਂ ਭਾਈ ਲੱਦੇ ਨੇ ਬਖਸ਼ਾ ਵੀ ਦੇ, ਤਾਂ ਬਖਸ਼ਾਉਣਾ ਵੀ ਕਿਸੇ ਨੇ ਨਹੀਂ। ਅੱਗੇ ਦੱਸਦੇ ਹਨ ਜੀ, ਗੋਹ ਪੜ ਸਗਵੀ ਮਲ ਲਾਏ ਮਨ ਮੁਖ ਆਇਆ। ਤੇ ਉਹ ਫਿਰ ਸਾਧ ਸੰਗਤ ਜੀ, ਧੰਨਵਾਦ ਜੀ, ਇਹ ਕਹਿੰਦੇ ਨੇ ਫਿਰ ਉਹ ਮੈਲ ਜਿਹੜੀ ਅੰਦਰ ਤੇ ਬਿਸਟਾ ਨਿਕਲਦਾ, ਬਿਸਟਾ ਦਾ ਹੀ ਦੂਸਰਾ ਨਾਮ ਹੈ। ਮਹਾਰਾਜ ਨੇ ਉਹੀ ਲਿਖਿਆ ਹੈ, ਬਿਸਟਾ ਨੂੰ ਉਹੀ ਗੂੰ ਹੀ ਲਿਖਿਆ। ਇਹ ਬਿਸਟਾ ਦਾ ਦੂਸਰਾ ਨਾਮ ਹੈ। ਪ੍ਰਚਲਿਤ ਆਮ ਸਿੱਧੀ ਸਾਦੀ ਬੋਲੀ 'ਚ ਪਿੰਡਾਂ ਦੇ ਵਿੱਚ ਕਹਿੰਦੇ ਨੇ ਉਸ ਨੂੰ, ਕਹਿੰਦੇ ਉਹ ਜਿਹੜਾ ਨਾ ਇਹਦੇ ਸਿਰ ਤੇ ਟੋਕਰੀਆਂ ਪਵਾਈਆਂ, ਗੰਦਗੀ ਪਾਈ ਇਹਦੇ ਸਿਰ ਦੇ ਉੱਤੇ। ਤੇ ਇਸ ਕਰਕੇ ਫਿਰ ਇਹ ਸਾਰੀ ਮੈਲ ਜਿਹੜੀ ਸੀ ਮਨਮੁਖ ਆਇਆ। ਸਗਲੀ ਜਿਹੜੀ ਸਾਰੀ ਮੈਲ ਲਾ ਕੇ ਮਨਮੁਖ ਆਇਆ ਕਿਤੇ, ਵਾਪਸ ਆ ਗਿਆ। ਰਸਤੇ ਦੇ ਵਿੱਚ ਆਉਂਦਾ ਹੈ, ਹੁਣ ਰਸਤੇ 'ਚ ਕੋਈ ਵੀ ਮੂੰਹ ਨਹੀਂ ਲਾਉਂਦਾ ਭਾਈ ਇਹਨੂੰ। ਐਸੀ ਇਹਦੀ ਬੇਇੱਜ਼ਤੀ ਥਾਂ ਥਾਂ ਤੇ ਹੋਈ। ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ। ਪਰਾਈ ਜਿਹੜੀ ਗੁਰੂ ਸਾਹਿਬ ਦੀ ਨਿੰਦਾ ਕੀ ਹੁੰਦੀ ਹੈ? ਨਿੰਦਿਆ ਸਾਧ ਸਿੰਘ ਜੀ ਹੁੰਦੀ ਹੈ ਅਪਕੀਰਤੀ। ਜੇ ਕੋਈ ਕਹੇ ਵੀ ਨਿੰਦਿਆ ਕੀ, ਅਪਕੀਰਤੀ, ਅਪਮਾਨਜਨਕ ਸ਼ਬਦ, ਕਿਸੇ ਦੇ ਅਪਮਾਨ ਕਰਨ ਵਾਲੇ ਸ਼ਬਦ ਨੂੰ ਉਹਦੀ ਨਿੰਦਿਆ ਕਹਿੰਦੇ। ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਝੂਠੀ ਨਿੰਦਿਆ। ਸਮਝੋ ਕਿਸੇ ਨੇ ਚੋਰੀ ਕੀਤੀ ਨਹੀਂ, ਉਹਨੂੰ ਕਹਿਤਾ ਵੀ ਇਹ ਚੋਰ ਹੈ, ਇਹ ਹੈਗੀ ਝੂਠੀ ਨਿੰਦਿਆ। ਇਹ ਕਹੇਗੀ ਚੋਰੀ ਕਰਦਾ ਦੇਖਿਆ, ਚੋਰੀ ਉਹਨੇ ਕੀਤੀ ਹੈ ਵੀ ਚੋਰ ਹੈ ਉਹ, ਲੋਕਾਂ ਨੂੰ ਵੀ ਪਤਾ ਹੈ, ਤੇ ਉਹਨੂੰ ਉਹਦਾ ਮਾੜਾਪਣ ਜ਼ਾਹਰ ਕਰਨਾ ਇਹ ਸੱਚੀ ਨਿੰਦਿਆ। ਚੋਰੀ ਕਰਦਾ ਉਹ। ਹੁਣ ਇੱਕ ਗੱਲ ਸਮਝਣ ਵਾਲੀ ਹੈ, ਜਿਹੜੇ ਲੋਕ ਕਹਿੰਦੇ ਨੇ ਇਹ ਸੱਚ ਬੋਲਣ ਦੀ ਕਾਹਦੀ ਨਿੰਦਿਆ? ਤੁਹਾਨੂੰ ਕਿਹਨੇ ਕਹਿਤਾ ਵੀ ਇਹ ਨਿੰਦਿਆ ਨਹੀਂ ਹੈ? ਨਿੰਦਿਆ ਤਾਂ ਹੈਗੀ। ਇਹ ਸੱਚੀ ਨਿੰਦਿਆ, ਉਹ ਝੂਠੀ ਨਿੰਦਿਆ। ਝੂਠੀ ਨਿੰਦਿਆ ਦਾ ਬੜਾ ਪਾਪ ਹੈ, ਸੱਚੀ ਨਿੰਦਿਆ ਦਾ ਥੋੜਾ ਪਾਪ ਹੈ। ਪਾਪ ਇਹਦਾ ਵੀ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕਹਿੰਦੇ ਨੇ ਆਪਣੇ ਸਿੱਖ ਪੁੱਤਰਾਂ ਨੂੰ? ਕਹਿੰਦੇ ਖਾਲਸਾ ਸੋ ਜੋ ਨਿੰਦਾ ਤਿਆਗ ਹੈ। ਖਾਲਸੇ ਨੂੰ ਬਣਾਇਆ ਸੁਧਾਰਕ, ਨਿੰਦਕ ਨਹੀਂ ਬਣਾਇਆ। ਸੁਧਾਰਕ ਤੇ ਨਿੰਦਕ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਸੁਧਾਰਕ ਕੀ ਹੈ? ਸੁਧਾਰਕ ਤਾਂ ਭਾਈ ਸ਼ੇਰ ਵਰਗੀ ਜ਼ੁਰਤ ਰੱਖਦਾ ਹੈ। ਜਦੋਂ ਕਿਸੇ ਦਾ ਦੇਖ ਲਿਆ ਪਾਪ, ਲੋਕਾਂ ਦੇ ਚ ਕਦੀ ਭੰਡੀ ਨਹੀਂ ਕਰੂਗਾ, ਕਦੀ ਨਹੀਂ ਕਹੂਗਾ ਇਹ ਬੰਦਾ ਮਾੜਾ ਹੈ। ਨਹੀਂ, ਕਿਉਂ? ਖਾਲਸਾ ਹੈ, ਕਿਉਂ ਕਹੇ? ਉਹਨੂੰ ਬਾਂਹ ਤੇ ਫੜ ਕੇ ਇੱਕ ਪਾਸੇ ਕਹਿੰਦਾ ਗੱਲ ਸੁਣ ਲੈ, ਤੈਨੂੰ ਆਹ ਕੁਕਰਮ ਕਰਦੇ ਨੂੰ ਮੈਂ ਦੇਖਿਆ, ਦੱਸ ਇਹ ਸਿੱਖਾਂ ਦਾ ਕਰਮ ਹੈਗਾ? ਅਗੋਂ ਹੱਥ ਜੋੜੂਗਾ, ਕਹੂਗਾ ਵੀ ਖਾਲਸਾ ਜੀ ਮੇਰੇ ਕੋਲੋਂ ਗਲਤੀ ਹੋਊਗੀ। ਜੇ ਵੱਡੀ ਗਲਤੀ ਹੈ ਕਹੂਗਾ ਜਾਂ ਪੰਜਾਂ ਦੇ ਪੇਸ਼ ਹੋ ਕੇ ਆਪਣੀ ਮਾਫੀ ਲੈ ਲੈ, ਨਹੀਂ ਦਰਗਾਹ 'ਚ ਮੂੰਹ ਕਾਲਾ ਹੋ ਜਾਊਗਾ ਤੇਰਾ। ਇਹਨੂੰ ਕਹਿੰਦੇ ਨੇ ਸੁਧਾਰਕ। ਇਹ ਨਿੰਦਕ ਨਹੀਂ। ਸੁਧਾਰਕ ਹੋਣਾ ਚਾਹੀਏ, ਨਿੰਦਕ ਨਹੀਂ ਹੋਣਾ ਚਾਹੀਦਾ। ਅਸੀਂ ਕੀ ਕਰਦੇ ਹਾਂ? ਸਾਹਮਣੇ ਕਹਿਣ ਦੀ ਤਾਂ ਜ਼ਰੂਰਤ ਨਹੀਂ ਹੈ, ਕਿਉਂਕਿ ਸ਼ੇਰ ਵਾਲਾ ਮਾਦਾ ਨਹੀਂ, ਗਿੱਦੜ ਵਾਲਾ ਮਾਦਾ ਸਾਡੇ ਕੋਲ। ਪਿੱਛੇ ਤੇ ਗੱਲਾਂ ਬਣਾਈ ਜਾਏ, ਉਹ ਬੜਾ ਮਾੜਾ ਹੈ ਫਲਾਨਾ, ਉਹ ਬਹੁਤ ਮਾੜਾ।
ਪਿੱਛੇ ਤੇ ਗੱਲ ਉਹ ਕਰੀਏ ਜਿਹੜੀ ਮੂੰਹ ਤੇ ਇੱਕ ਵਾਰੀ ਕਰ ਲਈ ਹੋਵੇ। ਮੈਂ ਇਸ ਗੱਲ 'ਚ ਵਿਸ਼ਵਾਸ ਰੱਖਦਾ, ਪਿੱਛੇ ਤੇ ਉਹੀ ਗੱਲ ਕਰਾਂ ਮੈਂ ਜਿਹੜੀ ਗੱਲ ਮੂੰਹ ਤੇ ਕਹਿ ਸਕਦਾ। ਜੋ ਜ਼ਿਆਦਾਤਰ ਮੈਂ ਮੂੰਹ ਤੇ ਕਹੀ ਹੁੰਦੀ ਹੈ ਗੱਲ ਜਿਹੜੀ ਮੈਂ ਬਾਅਦ ਵਿੱਚ ਕਹਾਂ, ਉਹ ਸਿਰ ਮੂੰਹ ਤੇ ਕਹੀ ਹੁੰਦੀ ਹੈ। ਮੈਂ ਇਹਦੇ ਤੇ ਵਿਸ਼ਵਾਸ ਰੱਖਦਾ। ਤੋ ਇਸ ਕਰਕੇ ਹੈ ਵੀ ਨਿੰਦਿਆ ਤਾਂ ਨਿੰਦੀ ਹੈ। ਜੇ ਕੋਈ ਪੁੰਨ ਕਰਮ ਕਰਕੇ ਜਪ ਤਪ ਕਰਕੇ ਤੁਹਾਨੂੰ ਦੇਣ ਨੂੰ ਤਿਆਰ ਨਹੀਂ, ਫਿਰ ਨਿੰਦਿਆ ਕਰਕੇ ਪਾਪ ਤੁਸੀਂ ਲੈਣ ਨੂੰ ਆਪੇ ਤਿਆਰ ਫਿਰਦੇ ਹੋ। ਕਾਹਦੇ ਲਈ? ਗੁਨਾਹ ਕਿਸੇ ਨੇ ਕੀਤਾ, ਅਣਹੁੰਦਾ ਭਾਰ, ਆ ਅਣਹੁੰਦਾ ਭਾਰ ਹੀ ਚੱਕਰ ਹੀ ਹੈ ਨਾ। ਚੋਰ ਯਾਰ ਯੁਆਰ ਤੇ ਬੁਰਾ, ਅਣਹੁੰਦਾ ਭਾਰ ਨਿੰਦਕ ਸਿਰ ਧਰਾ। ਅਵਗਤ ਸਭੇ ਕੀਤੀਆਂ ਨਿੰਦਕ ਅਦਾਰੂ ਨਾ। ਇਹਦਾ ਕੋਈ ਵੀ ਕਹਿੰਦੇ ਬਾਕੀ ਸਾਰੀਆਂ ਬਿਮਾਰੀਆਂ ਦੀ ਦਵਾਈ ਬਣੀ ਆ, ਪਰ ਨਿੰਦਿਆ ਕਰਨ ਵਾਲੀ ਦੀ ਕੋਈ ਦਵਾਈ ਨਹੀਂ। ਉਹਦਾ ਤਾਂ ਸੁਭਾਅ ਬਣ ਜਾਂਦਾ। ਜੇ ਕੋਈ ਕਹੇ ਕੁੱਤੇ ਨੂੰ ਵੀ ਭੌਂਕਦਾ ਕਿਉਂ ਹੈ, ਜੇ ਕੋਈ ਕਹੇ ਸੂਰ ਨੂੰ ਤਾਂ ਗੰਦਗੀ ਕਿਉਂ ਖਾਨਾ ਹੈ, ਮੇਰਾ ਖਿਆਲ ਹੈ ਸਵਾਲ ਕਰਨ ਵਾਲੇ ਦਾ ਸਵਾਲ ਗਲਤ ਹੈ। ਉਹਦੀ ਖੁਰਾਕ ਹੈ, ਕੁੱਤੇ ਦਾ ਸੁਭਾਅ ਹੈ। ਜਦੋਂ ਮਨੁੱਖ ਦੇ ਵਿੱਚ ਇਹ ਦੋ ਸੁਭਾਅ ਆ ਜਾਣ, ਉਹ ਫਿਰ ਪਰ ਨਿੰਦਾ ਪਰਮਲ ਮੁਖ ਸੁਧੀ। ਮਾਰੇ ਕਹਿੰਦੇ ਪਰਾਈ ਦੀ ਨਿੰਦਿਆ ਕਰਨੀ ਪਰਾਈ ਦੀ ਗੰਦਗੀ ਖਾਣ ਦੇ ਬਰਾਬਰ ਹੀ ਹੈ। ਅੱਜ ਰਾਜੇ ਦੀ ਸਾਖੀ ਪੜ੍ਹ ਲਓ ਵੀ ਲਿਦ ਖਾਣੀ ਪਈ ਸੀ ਕਿ ਨਹੀਂ, ਉਹ ਕੀ ਸੀ ਹੈ। ਇਸ ਕਰਕੇ ਹੈ ਤੇ ਉਹ ਫਿਰ ਨਿੰਦਿਆ ਜਿਹੜੀ ਨਾ ਪਰਾਈ, ਜੋ ਨਿੰਦਾ ਹੁੰਦੀ ਹੈ ਜਿਹੜੀ ਅਪਕੀਰਤੀ, ਚੁਗਲੀ ਹੁੰਦੀ ਹੈ ਜਿਹੜੀ ਪਿੱਛੇ ਤੇ ਕਿਸੇ ਦਾ ਕਾਰਜ ਵਿਗਾੜਨ ਵਾਸਤੇ ਕੋਈ ਇਹੋ ਜਿਹਾ ਤਰੀਕਾ ਵਰਤ ਕੇ ਵੀ ਉਹਦਾ ਕੰਮ ਦੇ ਵਿੱਚ ਵਿਘਨ ਪੈ ਜਾਏ। ਪਿੱਛੇ ਤੇ ਜਿਹੜੀ ਗੱਲ ਕਰਨੀ ਹੈ ਉਹ ਚੁਗਲੀ ਹੁੰਦੀ ਹੈ, ਤੇ ਨਿੰਦਿਆ ਦਾ ਭਾਈ ਸਾਹਮਣੇ ਵੀ ਹੋ ਜਾਂਦੀ। ਇਹ ਜਿਹੜੀ ਕਰਨ ਵਾਸਤੇ ਪਰਾਈ ਨਿੰਦਿਆ ਜੇ ਚੁਗਲੀ, ਇਹ ਬੇਮੁਖ ਜਿਹੜੇ ਸਨ ਕਰਕੇ ਭੇਜਿਆ। ਇਹ ਇਸ ਕਰਕੇ ਭੇਜਿਆ ਸੀ ਵੀ ਜਾ ਕੇ ਮਹਾਰਾਜ ਦੀ ਨਿੰਦਿਆ ਕਰੋ, ਅਕਬਰ ਦੇ ਕੋਲੋਂ ਹੁਕਮ ਲਓ ਤੇ ਜਾ ਕੇ ਆ ਕੇ ਕਬਜ਼ਾ ਕਰ ਲਿਓ ਜਿਵੇਂ ਕਰਦੇ ਫਿਰਦੇ ਆ ਲੋਕ। ਇਹ ਸਾਰਾ ਵਾਤਾਵਰਨ ਕਹਿ ਰਹੇ ਨੇ ਗੁਰੂ ਰਾਮਦਾਸ ਜੀ। ਉਥੇ ਭੀਮੋ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਗੁਰੂ ਰਾਮਦਾਸ ਜੀ ਕਹਿੰਦੇ ਗੁਰਸਿੱਖੋ, ਅਕਬਰ ਨੇ ਉਸੇ ਵੇਲੇ ਹੁਕਮ ਕੀਤਾ, ਕਹਿੰਦੇ ਇਹਨਾਂ ਨੂੰ ਬਾਹਰ ਕੱਢਣ ਤੋਂ ਪਹਿਲਾਂ ਤਵੇ ਦੀ ਕਾਲਸ ਲਾਓ, ਇਹਦੇ ਮੂੰਹ ਨੂੰ ਮਲੋ ਜਰਾ, ਇਹਨਾਂ ਦੇ ਮੂੰਹ ਕਾਲਾ ਕਰਕੇ ਭੇਜੋ, ਛਤਰਾਂ ਦਾ ਹਾਰ ਪਾਓ, ਫਿਰ ਮੈਂ ਪਰਜਾ ਨੂੰ ਹੁਕਮ ਦਿੰਦਾ ਇਹਨਾਂ ਦੇ ਛੱਤਰ ਮਾਰ ਮਾਰ ਕੇ ਕੱਢੋ ਦਿੱਲੀ ਦੇ ਵਿੱਚੋਂ ਬਾਹਰ। ਤੇ ਮਜਬੀਆਂ ਨੂੰ ਹੁਕਮ ਦੇਣਾ ਗੰਦਗੀ ਜਿਹੜੇ ਸਾਫ਼ ਕਰਨ ਵਾਲੇ ਇਹਨਾਂ ਦੇ ਉੱਤੇ ਸਿੱਟੋ ਹੋਏ ਗੰਦਗੀ ਬਿਸਟਾ ਸਿੱਟੋ। ਇਹ ਹਾਲ ਇਹਨਾਂ ਦਾ ਹੋਇਆ ਗੋਂਦੇ ਦੇ ਪਾਲਕ ਪੁੱਤਰ ਦਾ। ਉਹ ਮਹਾਰਾਜ ਸਾਹਿਬ ਜੀ ਕਹਿੰਦੇ ਆ, ਤੜ ਸੁਣਿਆ ਸਬਤ ਜਗਤ ਵਿੱਚ ਭਾਈ। ਔਰ ਫਿਰ ਇਹ ਕਹਿੰਦੇ ਜਗ ਦੇ ਸੁਣਿਆ ਕਿਵੇਂ, ਤੜ ਨਾਲ ਤੜਕ ਦੇ ਕੇ, ਜਿਹੜੀ ਬਹੁਤੀ ਛੇਤੀ ਇਹ ਗੱਲ ਫੈਲ ਗਈ। ਕਿਉਂਕਿ ਅਕਬਰ ਦੇ ਜਾ ਕੇ ਪੁਕਾਰ ਕਰਨੀ, ਇਹਦਾ ਪਹਿਲਾਂ ਇਥੋਂ ਖਬਰ ਹੈ ਕਿੰਨਿਆਂ ਨੂੰ ਪ੍ਰਚਾਰ ਕਰਦਾ ਗਿਆ ਹੋਣਾ ਵੀ ਮੈਂ ਹੁਣ ਦੇਖੂ ਗੁਰੂ ਅਮਰਦਾਸ ਜੀ ਨੂੰ, ਮੈਂ ਕੱਢ ਕੇ ਛੱਡੂ ਇਹਨਾਂ, ਮੈਂ ਚੱਲਿਆ। ਕਈ ਬੰਦੇ ਹੋਚੇ ਹੁੰਦੇ ਨੇ, ਉਹ ਬਣਿਆ ਹੋਣਾ ਕੁਝ ਨਹੀਂ ਹੁੰਦਾ, ਆ ਲੀਡਰਾਂ ਦੇ ਸਿਰ ਦੇ ਉੱਤੇ ਬੜਕਾ ਮਾਰਨ ਲੱਗ ਜਾਂਦੇ, ਮੈਂ ਕਰ ਦੇਣਾ, ਉਹ ਕਰਦਾ, ਹੁੰਦਾ ਕੁਝ ਨਹੀਂ ਹੁੰਦਾ। ਉਹ ਲੋਕਾਂ ਦੇ ਜੀ ਪ੍ਰਚਾਰ ਕਿਤੇ ਪਹਿਲੇ ਕੀਤਾ ਸੀ ਉਹਦਾ। ਤੇ ਕੁਝ ਗੁਰੂ ਸਾਹਿਬ ਕਰਕੇ ਭਾਈ ਸੰਗਤਾਂ ਦੀ ਪ੍ਰਚਲਿਤ ਹੋ ਗਈ ਗੱਲ। ਇਸ ਕਰਕੇ ਤੜ ਕਿੱਥੇ ਸ਼ਬਦ ਮਿਲਦੇ ਵਿੱਚ, ਹਾਂ ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਹੇ ਭਾਈ, ਇਹ ਬੜਾ ਜਲਦੀ ਇਹ ਗੱਲ ਸੁਣੀ ਗਈ ਕਿ ਇਹ ਬੇਮੁਖ ਨੂੰ ਉੱਥੇ ਅਕਬਰ ਨੇ ਧੱਕੇ ਮਾਰ ਕੇ ਕੱਢਿਆ ਹੈ। ਬੇਮੁਖ ਸਣ ਨਫਰੈ ਪੌਲੀ ਪੌਦੀ। ਗੁਰੂ ਰਾਮਦਾਸ ਜੀ ਕਹਿੰਦੇ ਇਹ ਜਿਹੜਾ ਬੇਮੁਖ ਸੀ ਨਾ, ਗੋਂਦੇ ਦਾ ਪੁੱਤਰ, ਪਾਲਕ ਪੁੱਤਰ, ਆਪਣੇ ਨਫਰ ਨੌਕਰ ਦੇ ਸਮੇਤ, ਇਹਦਾ ਨੌਕਰ ਸੀ, ਉਹਨਾਂ ਦਾ ਪ੍ਰੋਤ ਸੀ ਇਹ ਦੋ ਪਾਸੇ ਤੀਦੀਆਂ। ਤੇ ਇਸ ਕਰਕੇ ਫਿਰ ਇਹ ਪੌਲੀ ਪਾਉਂਦੀ, ਇਹਦੇ ਤੇ ਜੁੱਤੀਆਂ ਪੈਂਦੀਆਂ ਹੋਈਆਂ। ਚਰਨਦਾਸੀਆਂ, ਖਾਲਸਾ ਚਰਨਦਾਸੀ ਕਹਿੰਦੇ, ਜਿਹੜੀ ਜੁੱਤੀ ਦਾ ਵੀ ਸਤਿਕਾਰ ਨਾਲ ਨਾਮ ਲੈਂਦਾ ਖਾਲਸਾ, ਵੀ ਚਰਨਾਂ ਦੀ ਦਾਸੀ ਹੈ ਇਹ ਜਿਹੜੀ ਜੁੱਤੀ। ਆਪਾਂ ਜੁੱਤੀ ਕਹਿੰਦੇ ਵੀ ਅਪਮਾਨਜਨਕ ਸ਼ਬਦ ਹੈ, ਕਹਿੰਦੇ ਚਰਨਦਾਸੀ, ਖਾਲਸਾ ਨੂੰ ਚਰਨਦਾਸੀ ਕਹਿੰਦੇ। ਚਰਨਦਾਸੀਆਂ ਪੈਂਦੀਆਂ ਆਈਆਂ, ਫਿਰ ਜਿਹਦੇ ਢਿੱਕੇ ਆ ਗਿਆ ਉਹਨੇ 4 ਛੱਤਰ ਮਾਰੇ ਇਹਨਾਂ ਦੇ। ਇਹ ਹਾਲਤ ਹੁੰਦੀ ਆ। ਇਹ ਹਾਵਾ ਹੋਏ ਕੇ ਉੱਠ ਘਰ ਆਇਆ। ਛਿੱਥਾ ਹੋ ਕੇ ਵੀ ਘਰ ਨੂੰ ਮੁੜਿਆ ਆਉਂਦਾ ਹੈ, ਰਾਤ ਨੂੰ ਤੁਰਦਾ, ਦਿਨੇ ਲੁਕਿਆ ਰਹਿੰਦਾ ਜੰਗਲ 'ਚ ਵੀ ਲੋਕ ਨਾ ਦੇਖ ਲੈਣ। ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੇ। ਅੱਗੇ ਨੇ ਕਿਹਾ ਵੀ ਜਿਹੜੀ ਸੰਗਤ ਸੀ ਗੁਰੂ ਸਾਹਿਬ ਦੀ, ਉਹ ਸੰਗਤ ਨੂੰ ਪਤਾ ਲੱਗਿਆ, ਸੰਗਤ ਨੇ ਤਾਂ ਪਹਿਲੀ ਕਹਿਤਾ ਵੀ ਪਰੇ ਕਰੋ, ਪਰੇ ਇੱਥੇ ਨਾ ਆਵੇ। ਇਹਨੇ ਕਿਹਾ ਵੀ ਚਲੋ ਕੁੜਮਤਾ ਲਿਹਾਜ਼ ਰੱਖਣਗੇ ਮਾੜਾ ਮੋਟਾ,
ਵੀ ਮੈਂ ਉੱਥੇ ਕੁੜਮਾਂ ਦੇ ਚੱਲਦਾ। ਕੁੜਮਾਂ ਨੇ ਵੀ ਜਵਾਬ ਦੇ ਦਿੱਤਾ, ਕਹਿੰਦੇ ਉਹ ਗੁਰੂ ਤੋਂ ਬੇਮੁਖ ਹੋ ਗਿਆ, ਕੁੜਮ ਤਾਰੇ ਇੱਕ ਪਾਸੇ ਹੈ, ਨਿਕਲ ਜਾ ਸਾਡੇ ਘਰ ਨਾ ਬਣੀ, ਸਾਡਾ ਵੀ ਬੇੜਾ ਕਰ ਕਰੇਗਾ ਤੂੰ, ਤੇਰਾ ਤਾਂ ਹੋਏ ਗਿਆ। ਕੁੜਮ ਇੱਕ ਪਾਸੇ, ਕੁੜਮਾਂ ਨੇ ਵੀ ਜਵਾਬ ਦੇ ਦਿੱਤਾ, ਸੰਗਤ ਨੇ ਵੀ ਜਵਾਬ ਦੇ ਦਿੱਤਾ। ਫਿਰ ਇਹ ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲਿਆ, ਨਾ ਤਾਂ ਸੰਗਤ ਜੀ ਰਲਿਆ, ਨਾ ਕੁੜਮਾਂ ਨੇ ਆਪਣੇ ਘਰ ਬਹਿਣ ਦਿੱਤਾ। ਇਹ ਇਹਦਾ ਅਪਮਾਨ ਹੋਇਆ। ਤਾਂ ਬਹੁਟੀ ਭਤੀਜੀ ਫਿਰ ਆਣ ਘਰ ਪਾਇਆ। ਫਿਰ ਇਸ ਤੋਂ ਅੱਗੇ ਗੁਰੂ ਰਾਮਦਾਸ ਕਹਿੰਦੇ ਬਿਆਸਾ ਦੇ ਕੋਲ ਆ ਕੇ ਨਾ, ਕਹਿੰਦੇ ਉੱਥੇ ਛਿੱਥਾ ਜਾ ਹੋ ਕੇ ਨਾ ਉੱਥੇ ਡਿੱਗ ਹੀ ਪਿਆ। ਤੇ ਜਦੋਂ ਇਹਦੀ ਬਹੁਟੀ ਨੂੰ, ਉਹਦੇ ਘਰ ਵਾਲੀ ਨੂੰ ਪਤਾ ਲੱਗਿਆ ਵੀ ਆਹ ਹਾਲ ਕਰਾ ਕੇ ਆਇਆ ਉੱਥੇ, ਫਿਰ ਵੀ ਉਹਨੇ ਕਿਹਾ ਵੀ ਮੇਰਾ ਜੀਵਨ ਸਾਥੀ ਹੈ, ਅਰਦੰਗਰੀ ਸੀ। ਫਿਰ ਵੀ ਉਹਨੇ ਕਿਹਾ ਵੀ ਮੈਨੂੰ ਹੁਣ ਇਹ ਤਾਂ ਇਲਾਜ ਹੈ ਹੀ ਹੈ, ਜਿਹੜਾ ਜਿਹਾ ਮਰਜ਼ੀ ਹੈ। ਤੇ ਉਹਨੇ ਨਾਲ ਗੋਂਦੇ ਦੀ ਭਤੀਜੀ ਲਈ ਨਾਲ ਇਕੱਲੇ ਤੋਂ ਦਾ ਚੱਕ ਨਹੀਂ ਹੋਣਾ। ਇਹ ਚੰਗਾ ਮੋਟਾ ਡਾੜਾ ਸੀ ਵੀ ਆਪਾਂ ਇਹਨੂੰ ਚੱਕ ਕੇ ਲੈ ਕੇ ਆਉਨੇ ਆ। ਇਹ ਘਰ ਤਾਂ ਲੈ ਆਈਏ, ਉਹਨੂੰ ਉੱਥੇ ਪਿਆ ਡਿੱਗਿਆ, ਕਿਸੇ ਨੇ ਆ ਕੇ ਦੱਸਿਆ ਸਾਂਭ ਲਓ। ਤੇ ਇਹਦਾ ਸਰੀਰ ਵੀ ਫਿੱਟ ਗਿਆ ਸੀ। ਇਹਨੂੰ ਸਾਧ ਸੰਗੀ ਐਸਾ ਫਿਰਿਆ। ਫਿਰ ਬਹੁਤੀ ਭਤੀਜੀ ਇਹਨਾਂ ਦੋਨਾਂ ਨੇ ਫਿਰ ਆਣ ਘਰ ਪਾਇਆ। ਪੜ੍ਹੀ ਸੀ ਪੰਕਤੀ? ਹਾਂਜੀ। ਤੇ ਆ ਕੇ ਲਿਆ ਕੇ ਘਰ ਪਾਤਾ ਮੰਜੇ ਦੇ ਉੱਤੇ। ਤੇ ਹੁਣ ਘਰ ਵਾਲੀ ਕਹਿੰਦੀ ਹੈ ਮੈਂ ਤੈਨੂੰ ਇੰਨਾ ਸਮਝਾਉਂਦੀ ਸੀ ਵੀ ਹੁਣ ਦੱਸ, ਮਿਲ ਗਿਆ ਤੈਨੂੰ ਗੋਬਿੰਦਵਾਲ ਦਾ ਅੱਧ, ਇੱਜ਼ਤ ਵੀ ਗਈ, ਜਿਹੜੀ ਤੈਨੂੰ ਗੁਰੂ ਸਾਹਿਬ ਸਤਿਕਾਰ ਦਿੰਦੇ, ਸੰਗਤਾਂ ਦਿੰਦੀਆਂ, ਗੋਂਦੇ ਦਾ ਪੁੱਤਰ ਹੈ ਉਹ ਵੀ ਗਿਆ ਆ। ਭਤੀਜੀ ਵੀ ਕਹੇ ਚਾਚਾ ਜੀ ਦੱਸੋ ਕੀ ਬਣਿਆ ਹੁਣ। ਉਹ ਨਿਆਣਿਆਂ ਤੋਂ ਵੀ ਛਿੱਤਰ ਖਾ ਰਿਹਾ। ਕਈ ਸਿਆਣੇ ਇਹੋ ਜਿਹੇ ਹੁੰਦੇ ਨੇ, ਉਹ ਜਵਾਕਾਂ ਤੋਂ ਵੀ ਛਿੱਤਰ ਖਾਣ ਲੱਗ ਜਾਂਦੇ ਨੇ। ਹਾਲਾਂਕਿ ਜਵਾਕਾਂ ਦਾ ਹੱਕ ਤਾਂ ਹੁੰਦਾ ਨਹੀਂ, ਸਤਿਕਾਰ ਹੀ ਰੱਖਣਾ, ਪਰ ਕਈਆਂ ਦੇ ਕਰਤੂਤਾਂ ਜਿਹੀਆਂ ਕੀ ਕੀਤਾ ਜਾਵੇ। ਜਿਹੜੇ ਠੀਕ ਨੇ ਉਹਨਾਂ ਦਾ ਸਤਿਕਾਰ ਹੀ ਹੋਣਾ ਚਾਹੀਦਾ ਹੈ, ਨੌਜਵਾਨ ਪੀੜ੍ਹੀ ਨੂੰ ਕਰਨਾ ਚਾਹੀਦਾ ਹੈ। ਕਿਉਂਕਿ ਭਤੀਜੀ ਨੇ ਸੱਚ ਕਹਿੰਦੇ ਜਿਹੜਾ ਗੁਰੂ ਤੋਂ ਬੇਮੁਖ ਸੀ, ਉਹਨੇ ਕਿਹਾ ਵੀ ਦੱਸੋ ਕੀ ਬਣਿਆ ਹੁਣ। ਉਹਨਾਂ ਨੇ ਫਿਰ ਇਸ ਪ੍ਰਕਾਰ ਇਹਨੂੰ ਕਿਹਾ ਵੀ ਲਾਹਣਤਾਂ ਵੀ ਪਾਈਆਂ, ਪਰ ਉੱਥੇ ਘਰ ਲਿਆ ਕੇ ਪਾ ਦਿੱਤਾ। ਹਾਲਤ ਪਲਤ ਦੋਵੇਂ ਗਏ। ਹਾਲਤ ਆ ਲੋਕ, ਪਲਤ ਪਰ ਲੋਕ, ਇਹ ਦੋਨੇ ਲੋਕ ਗਏ। ਗੁਰੂ ਤੋਂ ਬੇਮੁਖ ਹੋਏ ਤੇ ਦੋਨੇ ਲੋਕ ਜਾਂਦੇ ਨੇ। ਨਿਤ ਭੁੱਖਾ ਕੂਕੇ ਤਿਹਾਇਆ। ਤੇ ਭੁੱਖਾ ਤੇ ਤਿਹਾਇਆ ਕਿਉਂ ਕਿਹਾ? ਕੀ ਇਹਦੇ ਘਰ ਪਾਣੀ ਨਹੀਂ ਸੀ ਰਿਹਾ, ਜਾਂ ਇਹਦੇ ਘਰ ਰੋਟੀ ਨਹੀਂ ਸੀ ਰਹੀ? ਭਾਈ ਸਰਦਾਰ ਸੀ ਵੱਡਾ, ਇਹਦੇ ਰੋਟੀਆਂ ਵੀ ਸੀ, ਨੌਕਰ ਸੀ ਰੱਖੇ ਵੇ। ਫਿਰ ਐਂ ਕਿਉਂ ਕਿਹਾ ਮਹਾਰਾਜ ਨੇ? ਉਹਦਾ ਕਾਰਨ ਕੀ ਹੈ? ਇਹਦੇ ਗਲ ਦੇ ਵਿੱਚ ਇੱਥੇ ਕੈਂਸਰ ਹੋ ਗਿਆ, ਇਹੋ ਜਿਹਾ ਹੋਇਆ ਫੋੜਾ। ਨਾ ਤਾਂ ਲੰਘਦਾ ਸੀ ਪਾਣੀ, ਰੋਟੀ ਦਾ ਲੰਘਣੀ ਕੀ ਹੈ? ਭੁੱਖ ਲੱਗੀ ਹੈ, ਢਿੱਡ ਤੇ ਹੱਥ ਮਾਰਦਾ ਹੈ। ਅੱਜ ਕੱਲ ਵਰਗਾ ਸਿਸਟਮ ਹੈ ਨਹੀਂ ਸੀ ਵੀ ਨਾਲੀ ਪਾ ਕੇ ਇਹਨੂੰ ਸਿੱਧੇ ਹੀ ਖੁਰਾਕ ਦੇ ਦੇਣ। ਫੂਡ ਡਾਕਟਰ ਉੱਤੇ ਕਿਹੜਾ ਵੈਦ ਹੁੰਦੇ ਸੀ, ਇਹ ਸਿਸਟਮ ਨਹੀਂ ਸੀ। ਪਾਣੀ ਨੂੰ ਕਦੇ ਕਹੇ ਮੈਨੂੰ ਪਿਆਸ ਲੱਗੀ ਹੈ, ਕਦੇ ਕਹੇ ਭੁੱਖ ਲੱਗੀ ਹੈ, ਕਦੇ ਅਸੀਂ ਹੁਣ ਕਰੀਏ ਕੀ, ਪਾਣੀ ਲੰਘਦਾ ਨਹੀਂ, ਪਾਣੀ ਦੀ ਬੂੰਦ ਨਹੀਂ ਲੰਘਦੀ। ਨਿਤ ਭੁੱਖਾ ਕੂਕੇ ਤਿਹਾਇਆ। ਉਹ ਭੁੱਖਾ ਤੇ ਪਿਆਸਾ ਹੀ ਨਾ ਕੂਕਾਂ ਮਾਰ ਮਾਰ ਕੇ ਰੋਇਆ। ਫਿਰ ਗੁਰੂ ਅਮਰਦਾਸ ਨੂੰ ਯਾਦ ਕਰਦਾ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ। ਧੰਤਾ ਦੇ ਯੋਗ ਸੁਆਮੀ ਅਕਾਲ ਪੁਰਖ ਵਾਹਿਗੁਰੂ ਕਰਤਾ ਸ੍ਰਿਸ਼ਟੀ ਦਾ ਰਚਨਹਾਰ ਹੈ। ਜਿਨ ਨਿਆਓ ਸੱਚ ਬਹਿ ਆਪ ਕਰਾਇਆ। ਇਹ ਤਾਂ ਸੱਚ ਦਾ ਨਿਆਂ ਅਕਬਰ ਦੀ ਜ਼ਮਾਨ ਤੇ ਬਹਿ ਕੇ ਆਪ ਕਰਾਇਆ। ਜਿਹੜਾ ਅਕਬਰ ਨੇ ਧੱਕੇ ਮਾਰ ਕੇ ਕੱਢਿਆ, ਇਹ ਅਕਾਲ ਪੁਰਖ ਦਾ ਨਿਆਂ ਹੈ, ਇਹ ਬੰਦਿਆਂ ਦਾ ਨਿਆਂ ਨਹੀਂ ਹੈ। ਇਸ ਪ੍ਰਕਾਰ ਕਹਿੰਦੇ ਨੇ। ਹਾਂਜੀ। ਜੋ ਨਿੰਦਾ ਕਰੇ ਸਤਗੁਰ ਪੂਰੇ ਕੀ। ਜਿਹੜਾ ਪੂਰੇ ਸਤਿਗੁਰਾਂ ਦੀ ਨਿੰਦਿਆ ਕਰਦਾ ਆਪ ਕੀਰ ਤੇ, ਸੋ ਸਾਚੈ ਮਾਰ ਪਚਾਇਆ। ਉਹ ਸੱਚੇ ਵਾਹਿਗੁਰੂ ਨੇ ਮਾਰ ਕੇ ਨਰਕਾਂ 'ਚ ਪਹੁੰਚਾ ਦਿੱਤਾ ਹੈ। ਗਲ ਪਚ ਗਿਆ, ਸੜ ਗਿਆ, ਇਹ ਨਰਕਾਂ ਦੇ ਵੀ ਸੜਦਾ ਹੈ। ਇਹੋ ਅੱਖਰ ਤਿਨ ਆਖਿਆ। ਇਹ ਅੱਖਰ ਭਾਈ ਉਹਨਾਂ ਨੇ ਕਿਹਾ ਹੈ ਜਿਹੜਾ ਮੈਂ ਸੁਣਾ ਰਿਹਾ ਹਾਂ। ਜਿਨ ਜਗਤ ਸਭ ਉਪਾਇਆ। ਜਿਸ ਅਕਾਲ ਪੁਰਖ ਨੇ ਸੰਸਾਰ ਪੈਦਾ ਕੀਤਾ ਹੈ, ਉਹਦਾ ਰੂਪ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ। ਇਹ ਤਾਂ ਉਹਨਾਂ ਨੇ ਅੱਖਰ ਦੱਸੇ ਨੇ, ਮੈਂ ਇਹ ਉਚਾਰਨ ਕਰਦਾ। ਗੁਰੂ ਰਾਮਦਾਸ ਜੀ ਕਹਿੰਦੇ ਮਹੱਲਾ ਚੌਥਾ। ਅੱਗੇ ਮਹੱਲੇ ਹੀ ਫਰਮਾਨ ਕਰਦੇ ਨੇ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ। ਉਹ ਜਿਹਦਾ ਮਾਲਕ ਹੀ ਕੱਪੜਿਆਂ ਤੋਂ ਨੰਗਾ ਹੋਵੇ, ਢਿੱਡੋਂ ਭੁੱਖਾ ਹੋਵੇ। ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਨਫਰ ਨਾਮ ਨੌਕਰ ਦਾ, ਨੌਕਰ ਕਿਥੋਂ ਢਿੱਡ ਭਰ ਕੇ ਖਾ ਲੂਗਾ। ਉਹ ਜਦੋਂ ਗਾਉਂਦਾ ਆਪ ਹੀ ਗੁਰੂ ਤੋਂ ਬੇਮੁਖ ਹੋਣ ਰੂਪ, ਉਹਦੀ ਇੱਜ਼ਤ ਨਾ ਰਹੀ, ਬੇਇੱਜ਼ਤ ਹੋ ਗਿਆ, ਇਹ ਨੰਗਾ ਹੋ ਗਿਆ। ਕਿਉਂਕਿ ਪਤ ਨਹੀਂ ਰਹੀ, ਬੇਪਤ ਹੋ ਗਿਆ। ਇਸ ਕਰਕੇ ਭੁੱਖਾ ਸੀ ਤ੍ਰਿਸ਼ਨਾ ਦਾ। ਤੇ ਹੁਣ ਗਾਹਾਂ ਜਿਹੜਾ ਨਫਰ ਹੈ, ਉਹ ਵੀ ਤਾਂ ਗੁਰੂ ਤੋਂ ਬੇਮੁਖ ਹੋਈ ਹੈ, ਉਹ ਵੀ ਤ੍ਰਿਸ਼ਨਾਲੂ ਹੈ।
ਉਹਦਾ ਨਫਰ ਕਿੱਥੋਂ ਰੱਜ ਕੇ ਖਾ ਸਕਦਾ? ਸੰਤੋਖ ਰੂਪੀ ਖਾਣਾ। ਜੇ ਸਾਹਿਬ ਕੈ ਘਰ ਬਤ ਜੇ ਹੋਵੇ ਮਾਲਕ ਦੇ ਘਰ ਕੋਈ ਵਸਤੂ ਹੋਵੇ, ਸੋ ਨਫਰ ਹੱਥ ਜੇ ਆਵੇ ਨੌਕਰ ਦੇ ਹੱਥ ਪਦਾਰਥ ਆ ਜਾਂਦਾ ਹੈ, ਅਣਹੋਦੀ ਕਿੱਥੋਂ ਪਾਏ ਅਣਹੁੰਦੀ ਕਿੱਥੋਂ ਲਿਆਵੇ? ਨੌਕਰ ਜੇ ਹੈ ਹੀ ਨਹੀਂ ਮਾਲਕ ਦੇ ਘਰ, ਪਾਪ ਪਖੰਡੀਆਂ ਦੇ ਕੋਲ ਬਰਮ ਗਿਆਨ ਨਹੀਂ ਹੈ, ਉਹ ਕਿੱਥੋਂ ਦੇ ਦੇਣਗੇ ਬਰਮ ਗਿਆਨ ਕਿਸੇ ਸਿੱਖ ਨੂੰ? ਸੋ ਇਸ ਪ੍ਰਕਾਰ ਉਹਨਾਂ ਦੇ ਨੌਕਰ ਦੀ ਨੇ ਸੇਵ ਭੁੱਖੇ ਹੀ ਮਰਨਗੇ ਪਖੰਡੀਆਂ ਦੇ। ਇਉਂ ਕਹਿ ਰਹੇ ਨੇ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਭਾਈ ਜੀ ਦੀ ਸੇਵਾ ਕਰਨ ਤੋਂ, ਦੇਵੀ ਦੇਵਤਿਆਂ ਦੀ ਪਖੰਡੀਆਂ ਦੀ ਸੇਵਾ ਕਰਨ ਤੋਂ ਧਰਮਰਾਜ ਲੇਖਾ ਮੰਗੂਗਾ। ਕਾਹਦੀ ਸੇਵਾ ਫਿਰ ਉਹ? ਇਹ ਕਾਹਦੀ ਸੇਵਾ ਹੋਈ? ਐਵੇਂ ਸਮਾਂ ਵਿਅਰਥ ਗੁਜ਼ਾਰਨਾ ਹੈ। ਸਾ ਸੇਵਾ ਔਖੀ ਹੋਈ ਉਹ ਤਾਂ ਸੇਵਾ ਭਾਈ ਔਖਾ ਕਰੂਗੀ, ਗਾਹਾਂ ਪਰਲੋਕ 'ਚ ਸਜ਼ਾ ਮਿਲੇਗੀ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਮਹਾਰਾਜ ਸਾਹਿਬ ਕਹਿੰਦੇ ਨੇ ਸੇਵਾ ਕਰੋ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ। ਹਰੀ ਸਰੂਪ ਵਾਹਿਗੁਰੂ ਦੀ ਜਿਨ੍ਹਾਂ ਦਾ ਦਰਸ਼ਨ ਸਹਿਤ ਗਿਆਨ ਫਲਦੇ ਹੈ, ਉਹਨਾਂ ਦੀ ਸੇਵਾ ਕਰੋ। ਫਿਰ ਲੇਖਾ ਮੰਗੈ ਨਾ ਕੋਈ ਤੇ ਫਿਰ ਲੇਖਾ ਮੰਗਣ ਵਾਲਾ ਕੌਣ ਹੈ? ਧਰਮਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਇਹ ਉਹਨਾਂ ਦਾ ਲੇਖਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜ ਗਿਆ ਉਹਨਾਂ ਦਾ ਲੇਖਾ। ਨਹੀਂ ਪੁੱਛ ਸਕਦਾ ਧਰਮਰਾਜ। ਪੌੜੀ ਨਾਨਕ ਵਿਚਾਰ ਹੈ ਸੰਤ ਜਨ ਹੁਣ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਇਹ ਸੰਤ ਮਹਾਪੁਰਸ਼ ਇਹ ਵਿਚਾਰਦੇ ਹੈ, ਤੇ ਜਿਹੜੇ ਰੱਬ ਦੇ ਜਨ ਸੇਵਕ ਨੂੰ ਮਹਾਰਾਜ ਕਹਿੰਦੇ ਚਾਰ ਵੇਦ ਕਹੰਦੇ। ਜਿਹੜੀ ਗੱਲ ਮੈਂ ਕਹਿ ਰਿਹਾ ਸੰਤ ਵੀ ਕਹਿੰਦੇ ਨੇ, ਚਾਰ ਵੇਦ ਵੀ ਕਹਿੰਦੇ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਵਣ ਵੇਦ, ਇਹ ਵੀ ਕਹਿੰਦੇ ਹਨ ਸਾਰੇ। ਭਗਤ ਮੁਖੈ ਤੇ ਬੋਲਦੇ ਜਿਹੜੇ ਭਗਤ ਮੂੰਹ ਤੋਂ ਵਚਨ ਬੋਲਦੇ ਨੇ ਸੇ ਵਚਨ ਹੋਵੰਦੇ ਉਹ ਵਚਨ ਪੂਰੇ ਹੋ ਜਾਂਦੇ ਨੇ, ਅਧੂਰੇ ਨਹੀਂ ਰਹਿੰਦੇ ਹਨ। ਪ੍ਰਗਟ ਪਹਾਰਾ ਜਾਪਦਾ ਇਹ ਤਾਂ ਪ੍ਰਗਟ ਸਾਹਮਣੇ ਪ੍ਰਤੱਖ ਹੀ ਜਾਪਿਆ ਜਾਣਦਾ। ਪ੍ਰਤਾਪ ਸਾਰੇ ਜਗ੍ਹਾ ਪ੍ਰਗਟ ਹੈ, ਸਭ ਲੋਕ ਸੁਣੰਦੇ ਸਾਰੇ ਲੋਕ ਸੁਣਦੇ ਨੇ ਇਸ ਗੱਲ ਨੂੰ। ਸੁਖ ਨ ਪਾਇਨ ਮੁਗਧ ਨਰ ਮੂਰਖ ਬੰਦੇ ਕਦੇ ਨਹੀਂ ਸੁਖ ਪਾਉਂਦੇ। ਸੰਤ ਨਾਲ ਖਹੰਦੇ ਉਹ ਜਾ ਕੇ ਨਾ ਸੰਤਾਂ ਨਾਲ ਬੇਲੋੜਾ ਹੀ ਕਹਿੰਦੇ ਆ, ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਭਾਈ। ਉਹ ਮੂਰਖ ਬੰਦੇ ਆ ਜਿਹੜੇ ਸੰਤਾਂ ਨਾਲ ਖਾਂਦੇ। ਸਾਧ ਸੰਗਤ ਜੀ ਛੋਟਾ ਜਿਹਾ ਇੱਕ ਦ੍ਰਿਸ਼ਟਾਂਤ ਮੇਰੇ ਯਾਦ ਆ ਗਿਆ, 1-2 ਮਿੰਟ ਉੱਤੇ ਹੋ ਸਕਦੇ ਆ, ਖਿਮਾ ਕਰਨੀ। ਜਦੋਂ ਆਪਣੇ ਦੇਸ਼ ਦੇ ਵਿੱਚ ਨਾ ਖਾਸ ਕਰਕੇ ਪੰਜਾਬ ਦੇ ਵਿੱਚ ਕੀਲਾਬੰਦੀ ਨਹੀਂ ਸੀ ਹੋਈ, ਆਹ ਮੁਰੱਬੇਬੰਦੀ ਨਹੀਂ ਸੀ ਕਹਿੰਦੇ ਜਿਹਨੂੰ ਮੁਰੱਬੇਬੰਦੀ, ਕੀਲਾਬੰਦੀ ਵੀ ਕਹਿੰਦੇ ਆ ਉਸ ਨੂੰ। ਉਸ ਵੇਲੇ ਦਾ ਜ਼ਿਕਰ ਹੈ ਇੱਕ ਤਹਿਸੀਲਦਾਰ ਬਾਹਲੀ ਰਿਸ਼ਵਤ ਲੈਣ ਵਾਲਾ, ਪਟਵਾਰੀ ਵੀ ਲੈਂਦੇ ਰੱਜ ਕੇ, ਤਹਿਸੀਲਦਾਰ ਬਾਹਲੀ ਲੈਂਦਾ। ਹੁਣ ਜਿਹੜਾ ਰੋਜ਼ ਰਿਸ਼ਵਤ ਦੇ ਪੈਸੇ ਬਣਦੇ ਆ, ਘੋੜੀ ਬਹੁਤ ਰੱਖੀ ਹੋਈ ਹੈ, ਅਮੀਰ ਹੈ ਪੂਰਾ, ਹੰਕਾਰ ਵੀ ਬਹੁਤ ਹੈ। ਇਹ ਇੱਕ ਦਿਨ ਜਾਂਦਾ ਤਹਿਸੀਲਦਾਰ ਘੋੜੀ ਦੇ ਉੱਤੇ, ਉਹ ਸਾਹਮਣੇ ਇੱਕ ਸੰਤ ਜੰਗਲ 'ਚ ਬੈਠਾ ਤਪੱਸਿਆ ਕਰਦਾ ਸੀ। ਇਹਨੇ ਕਿਹਾ ਮਨਾ ਬਥੇਰੀ ਹਰਾਮ ਦੀ ਕਮਾਈ ਇਕੱਠੀ ਹੋਊਗੀ, ਵੀ ਰੋਜ਼ ਹੀ ਕਰਦੇ ਆ, ਵੀ ਚਲੋ ਅੱਜ ਥੋੜਾ ਜਿਹਾ ਦਾਨ ਕਰ ਦੀ। ਉਹਦੇ ਮਨ ਆ ਗਿਆ ਇਹਦਾ, ਘੋੜੀ ਤੋਂ ਉਤਰਿਆ, 5 ਰੁਪਏ ਸੰਤਾਂ ਦੇ ਚਰਨ 'ਚ ਰੱਖ ਕੇ ਮੱਥਾ ਟੇਕਦਾ। ਉਸ ਵੇਲੇ ਦੇ 5 ਰੁਪਏ ਤਾਂ ਅੱਜ ਦਾ 5000 ਦੇ ਨਾਲ ਦਿਨ ਹੋਣ ਵਾਲੇ ਨਾ, ਕਿਤੇ ਮੈਚਿੰਗ ਕਰਕੇ ਦੇਖ ਲਿਓ। ਤੇ ਮਹਾਂਪੁਰਖਾਂ ਨੇ ਉਹ ਦੇਖਿਆ ਵੀ ਨਹੀਂ ਵੀ 5 ਰੁਪਏ ਧਰੇ ਨੇ ਜਾਂ ਨਹੀਂ ਧਰੇ, ਕੌਣ ਹੈ ਉਹ ਤਾਂ ਨਿਰਵਿਕਲਪ ਸਮਾਧੀ। ਆ ਵਿਦਿਆਰਥੀਆਂ ਨੂੰ ਪਤਾ ਵੀ ਸਮਾਧੀ ਕੀ ਹੁੰਦੀ ਹੈ, ਅੱਜ ਇਹੀ ਆਈ ਸੀ ਉੱਤੇ। ਸਾਵਿਕਲਪ ਸਮਾਧੀ ਕੀ ਹੁੰਦੀ ਹੈ, ਨਿਰਵਿਕਲਪ ਵਾਲੀ ਸਮਾਧੀ ਕੀ ਹੁੰਦੀ ਹੈ, ਸਮਾਧੀ ਦੀ ਪਰਿਭਾਸ਼ਾ ਕੀ ਹੈ, ਅੱਜ ਦੇ ਸਬਜੈਕਟ 'ਚ ਇਹੀ ਸੀ ਤੁਹਾਨੂੰ ਉੱਤੇ ਪੜਾਇਆ। ਉਹ ਸਮਾਧੀ ਦੇ ਵਿੱਚ ਸੀ, ਉੱਥੇ ਮਿਰਖ ਹੈਗਾ ਕਿ ਲੰਘ ਜਾਣ ਤਾਂ ਵੀ ਪਤਾ ਲੱਗਦਾ। ਉਹ ਬੈਠਾ ਰਿਹਾ, ਉਹ 5 ਰੁਪਏ ਦਾਨ ਨਹੀਂ ਸੀ ਕੀਤੇ, ਉਹਨੇ ਵਪਾਰ ਕੀਤਾ ਸੀ। ਉਹਦੇ ਬਦਲੇ 'ਚ ਵਡਿਆਈ ਚਾਹੁੰਦਾ ਸੀ, ਵੀ ਸੰਤ ਕਹਿਣ ਵਾਹ ਬਈ ਵਾਹ, ਬੜਾ ਸੇਵਕ ਹੈ ਤੋਂ 5 ਰੁਪਏ ਦਾਨ ਕੀਤੇ ਹੈ। ਵਡਿਆਈ ਵਾਸਤੇ ਜ਼ਿਆਦਾ ਕਰਦੇ ਦਾਨ ਲੋਕ। ਤੇ ਉਹਨਾਂ ਦੇਖਿਆ ਬਣਾ, ਇਹ ਬੈਠਾ ਰਿਹਾ, ਕਹਿੰਦਾ ਕਿਹਾ ਜਾ ਸੰਤ ਹੈ, ਬੁੜਬੁੜ ਜੇ ਕਰਨ ਲੱਗ ਗਿਆ। ਇਹ ਦੇਖਿਆ ਬਰੀ ਕਿ ਬੜਾ ਹੰਕਾਰੀ ਸਨ, ਹੰਕਾਰੀ ਆਪ ਹੈ, ਸੰਤਾਂ ਨੂੰ ਦੱਸਦਾ ਹੰਕਾਰੀ। ਚੱਕੇ 5 ਦਾ ਨੋਟ ਗੀਜੇ 'ਚ ਪਾ ਲਿਆ। ਸੰਤਾਂ ਨੇ ਫੇਰ ਵੀ ਨਹੀਂ ਕੁਝ ਕਿਹਾ, ਵੱਟ ਕੇ ਚਪੇੜ ਸੰਤ ਦੇ ਮੂੰਹ ਦੇ ਪਾਏ। ਨੇਤਰ ਖੋਲੇ, ਦੇਖ ਕੇ ਹੱਸ ਪਏ, ਵਾਹ ਵਾਹ ਮੇਰੀ ਠਾਕਰ, ਨਮਸਕਾਰ ਹੈ ਤੈਨੂੰ, ਚੰਗਾ ਕੀਤਾ, ਮੈਂ ਇਸੇ ਦੇ ਲਾਇਕ ਸੀ। ਮੁੜ ਕੇ ਫੇਰ ਸਮਾਧੀ ਕਰ। ਉਹਨੇ ਤਹਿਸੀਲਦਾਰ ਨੂੰ ਠਾਕਰ ਨਹੀਂ ਕਿਹਾ,
ਉਹਨੇ ਰੱਬ ਨੂੰ ਕਿਹਾ ਕਿ ਮੇਰਾ ਮਨ ਤੇਰੇ ਚਰਨਾਂ 'ਚ ਠਹਿਰਦਾ ਨਹੀਂ ਸੀ। ਕਹਿੰਦਾ ਚੰਗਾ ਹੋਇਆ, ਹੁਣ ਚਪੇੜਾਂ ਪੈਣੀਆਂ ਸੀ। ਉਹ ਤਾਂ ਆਪਣੇ ਉਹਦਾ ਅਰਥ ਇਹਨੂੰ ਹੋਰ ਕੱਢ ਲਿਆ, ਚਪੇੜ ਦਾ ਵੀ ਅਰਥ ਹੋਰ ਕੱਢ ਲਿਆ। ਪਰ ਰੱਬ ਨੂੰ ਇਹ ਗੱਲ ਚੰਗੀ ਨਾ ਲੱਗੀ। ਕਿੱਥੇ ਲੱਗ ਸਕਦੀ ਹੈ? ਜਦੋਂ ਘਰ ਗਿਆ ਸ਼ਾਮ ਨੂੰ, ਪਿੰਡ ਦੇ ਵਿੱਚੋਂ ਰੋਣ ਦੀ ਆਵਾਜ਼ ਆਵੇ। ਉਹਨੇ ਕਿਹਾ ਉਹ ਪਿੰਡ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਘਟ ਗਈ, ਰੋਣ ਦੀ ਆਵਾਜ਼ ਆ ਰਹੀ ਹੈ। ਹੋਰ ਅੱਗੇ ਆਇਆ ਤਾਂ 5-7 ਬੰਦੇ ਮੂਹਰੇ ਆਏ। ਇੱਕ ਦੇ ਕੋਲ ਪਾਣੀ ਦਾ ਗਲਾਸ ਹੈ। ਤਹਿਸੀਲਦਾਰ ਜੀ ਆ ਪਾਣੀ ਪੀ ਲਓ। ਕਹਿੰਦਾ ਮੈਨੂੰ ਕਿਹੜਾ ਪਿਆਸ ਲੱਗੀ ਹੈ, ਕਿਉਂ ਪਿਓ ਨੇ ਪਾਣੀ? ਕਹਿੰਦੇ ਨਾ ਜੀ ਤਾਂ ਵੀ ਪੀ ਲਓ। ਪਾਣੀ ਪੀ ਲਿਆ। ਕਹਿੰਦੇ ਇਹ ਰੋਣ ਦੀ ਆਵਾਜ਼? ਕਹਿੰਦੇ ਜੀ ਤੁਹਾਡੇ ਘਰ ਤੋਂ ਆ ਰਹੀ ਹੈ। ਪਾਣੀ ਤਾਂ ਹੀ ਪਿਆ ਤੁਹਾਨੂੰ ਕਿਤੇ ਹਾਰਟ ਅਟੈਕ ਨਾ ਹੋ ਜਾਏ। ਅੱਗੇ ਕੀ? ਕਹਿੰਦੇ ਅਚਨਚੇਤ ਤੇਰਾ ਇਕਲੌਤਾ ਬੇਟਾ ਪ੍ਰਾਣ ਤਿਆਗ ਗਿਆ, ਮਰ ਗਿਆ ਤੇਰਾ ਪੁੱਤਰ। ਤਾਹਾ ਮਾਰਦਾ ਤਹਿਸੀਲਦਾਰ ਆਇਆ, ਪੁੱਤਰ ਦੀ ਲਾਸ਼ ਤੇ ਰੱਜ ਕੇ ਰੋਇਆ। ਰਾਤ ਭਰ ਰੋਂਦਾ ਰਿਹਾ। ਦਿਨ ਚੜ੍ਹਦੇ ਕਿਵੇਂ ਹੋਇਆ, ਕੀ ਹੋਇਆ? ਕਹਿੰਦਾ ਬਈ ਲੋਕੋ ਕਸੂਰ ਮੇਰਾ ਹੈ, ਬਈ ਮੈਨੂੰ ਪਛਤਾਵਾ ਹੈ। ਮੈਂ ਕੱਲ ਸੰਤ ਦੇ ਚਪੇੜ ਮਾਰੀ ਸੀ, ਬਈ ਮੈਨੂੰ ਲੱਗਦਾ ਪਾਪ ਦੇ ਬਦਲੇ ਮੇਰਾ ਪੁੱਤਰ ਸੰਸਾਰ ਤੋਂ ਗਿਆ। ਪਰ ਫਿਰ ਇਕੱਠੇ ਹੋ ਕੇ ਕਹਿੰਦਾ ਵੀ ਚਲੋ ਆਪਣੀ ਭੁੱਲ ਬਖਸ਼ਾ ਲਾਂ, ਜਿਹੜਾ ਹੋਣਾ ਸੀ ਇਹ ਤਾਂ ਹੋ ਗਿਆ। ਬੱਚੇ ਦਾ ਸੰਸਕਾਰ ਕੀਤਾ ਤੇ ਪੰਚਾਇਤ ਨੂੰ ਨਾਲ ਲਿਆ, ਜੰਗਲ ਦੇ ਵਿੱਚ ਪਹੁੰਚਿਆ। ਸੰਤ ਉੱਥੇ ਬੈਠਾ ਸਮਾਧੀ ਲਾਈ, ਪੈਰ ਫੜ ਲਏ, ਧਾਹਾਂ ਮਾਰਦਾ। ਸੰਤਾਂ ਨੇ ਫੇਰ ਨੇਤਰ ਖੋਲੇ। ਵਾਹ ਮੇਰੇ ਠਾਕਰ, ਵਾਹ ਵਾਹ, ਧੰਨ ਹੈ ਤੂੰ। ਕਦੇ ਚਪੇੜਾ ਮਾਰਦਾ ਤੇ ਕਦੇ ਪੈਰ ਫੜਦਾ। ਰੱਬਾ ਚਪੇੜਾ ਵੀ ਤੂੰ ਮਾਰੀਆਂ ਤੇ ਪੈਰ ਵੀ ਤੂੰ ਫੜਦਾ, ਕਿਉਂ? ਮੈਂ ਤਾਂ ਪੈਰ ਫੜਾਉਂਦੇ ਲੈ। ਉਹ ਕਹਿੰਦਾ ਸੰਤ ਜੀ ਰਹਿਣ ਦੋ, ਮੇਰਾ ਘਰ ਪਟਿਆ ਗਿਆ। ਸੰਤ ਕਹਿੰਦੇ, ਫਿਰ ਉਹਨਾਂ ਦੀ ਬਿਰਤੀ ਹੇਠਾਂ ਉਤਰੀ। ਕਹਿੰਦੇ ਕੀ ਹੋਇਆ ਮੈਨੂੰ ਦੱਸ ਜਰਾ। ਕਹਿੰਦਾ ਮਹਾਰਾਜ ਮੇਰਾ ਪੁੱਤਰ ਮਾਰਿਆ। ਕਹਿੰਦੇ ਓਹੋ ਭਾਈ, ਅੱਛਾ ਤਹਿਸੀਲਦਾਰ ਸਾਹਿਬ ਤੇਰੇ ਪੁੱਤਰ ਦਾ ਕਸੂਰ ਤਾਂ ਕੋਈ ਨਹੀਂ ਸੀ। ਕਹਿੰਦੇ ਮਹਾਰਾਜ ਇਹੀ ਪਛਤਾਵਾ ਹੈ। ਕਹਿੰਦੇ ਜੀ ਹੋਇਆ ਕਿਉਂ ਇਹ? ਮਹਾਰਾਜ ਤੁਹਾਡੇ ਨਰਾਦਰ ਕਰ। ਕਹਿੰਦੇ ਵੀ ਗੱਲ ਸੁਣਦਾ, ਮੈਂ ਇੱਕ ਵੀ ਦੁਰਸੀਸ ਨਹੀਂ ਦਿੱਤੀ ਤੈਨੂੰ। ਮੈਂ ਦੇ ਸਕਦਾ ਸੀ, ਮੈਂ ਇੱਕ ਵੀ ਵਚਨ ਨਹੀਂ ਕਿਹਾ। ਇਹੋ ਜਿਹਾ ਪਾਪ ਮੈਂ ਕਰ ਹੀ ਨਹੀਂ ਸਕਦਾ ਵੀ ਮੈਂ ਤੇਰਾ ਪੁੱਤਰ ਨੂੰ ਮਾਰ ਦਿਆਂ। ਕਿਉਂ? ਮੇਰਾ ਮਾੜਾ ਕਰਮ ਪੈਦਾ ਹੋ ਜਾਣਾ ਸੀ। ਕਹਿੰਦੇ ਜੀ ਹੋਇਆ ਕੀ ਹੈ? ਕਹਿੰਦੇ ਅਸਲ ਦੇ ਵਿੱਚ ਤਾਂ ਗੱਲ ਇਹ ਹੋਈ ਆ ਵੀ ਬਾਪਾਂ ਦੀ ਲੜਾਈ 'ਚ ਪੁੱਤਰਾਂ ਦਾ ਧੰਦਾ ਹੋ ਗਿਆ। ਇਹ ਜੀ ਕਿਸ ਤਰ੍ਹਾਂ? ਕਹਿੰਦੇ ਮੈਂ ਰੱਬ ਦਾ ਪੁੱਤਾਂ, ਧੰਦਾ ਮੇਰਾ ਵੀ ਹੋ ਗਿਆ, ਤੇ ਮੈਨੂੰ ਚਪੇੜਾਂ ਮਾਰੀਆਂ ਤੇ ਧੰਦਾ ਤੇਰਾ ਵੀ ਹੋ ਗਿਆ। ਫਰਕ ਇੰਨਾ ਹੀ ਹੈ, ਤੇਰੀ ਚਪੇੜ ਛੋਟੀ ਸੀ, ਬਾਲਾ ਨਹੀਂ ਕੁਛ ਬੜਿਆ ਰੱਬ ਦੇ ਪੁੱਤ ਦਾ। ਓਏ ਰੱਬ ਦੀ ਚਪੇੜ ਵੱਡੀ ਸੀ ਮੇਰੇ ਬਾਪੂ ਦੇ, ਤੇ ਤੇਰਾ ਰਿਹਾ ਕੱਖ ਨਹੀਂ। ਨਾਨਕ ਵਿਚਾਰਿਆ ਸੰਤ ਜਨ ਚਾਰ ਬੇਹਦ ਕਹੰਦੇ। ਇਹ ਕੀ ਹੈ? ਕਹਿੰਦੇ ਫਿਰ ਜਿਹੜੇ ਸੰਤਾਂ ਨਾਲ ਕਹਿੰਦੇ ਆ ਤੇ ਉਹਨਾਂ ਨੂੰ ਇਹ ਕਹਿੰਦੇ ਨੇ, ਹਾਂ ਪੰਕਤੀ ਬੋਲ ਦੋ ਕੋਈ ਨਹੀਂ। ਸੁਖ ਨਾ ਪਾਏ ਨੇ ਮੁਕਤ ਨਰ, ਮੂਰਖ ਬੰਦੇ ਕਦੇ ਸੁਖ ਨਹੀਂ ਪਾ ਸਕਦੇ। ਸੰਤ ਨਾਲ ਖਹੰਦੇ, ਜਿਹੜੇ ਮਹਾਂਪੁਰਸ਼ਾਂ ਦੇ ਨੇ ਕਹਿੰਦੇ ਨੇ ਬੇਅਰਥੀ। ਓਏ ਲੋਚਨੋ ਨਾ ਗੁਣੈ ਨੋ। ਉਹ ਭਾਈ ਉਹ ਗੁਣ ਤਾਂ ਹੈ ਨਹੀਂ ਸੰਤਾਂ ਵਾਲੇ, ਉਹਨਾਂ ਗੁਣਾਂ ਨੂੰ ਚਾਹੁੰਦੇ ਨੇ ਵੀ ਹੋਣ। ਓਏ ਅਹੰਕਾਰ ਸੜਨਦੇ, ਉਹ ਹੰਕਾਰ ਦੇ ਵਿੱਚ ਸੜ ਰਹੇ ਨੇ। ਓਏ ਵਿਚਾਰੇ ਕਿਆ ਕਰਹਿ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਵਿਚਾਰੇ ਉਹ ਵੀ ਕੀ ਕਰਨ। ਜਾਂ ਭਾਗ ਧੁਰ ਮੰਦੇ, ਭਾਈ ਬੰਦੇ ਭਾਗ ਉਹਨਾਂ ਦੇ। ਭਾਗਵਾਨ ਸੇਵਾ ਕਰਨ, ਹੁਜਤ ਕਰਨ ਪਲੀਤ, ਸੰਤਨ ਸੇਤੀ ਮਸਕਰੀ ਕੋਲ ਡੋਬਣ ਕੀ ਰੀਤ ਹੈ। ਜੋ ਮਾਰੇ ਤਿਨ ਪਾਰ ਬ੍ਰਹਮ, ਜਿਹੜੇ ਪਾਰਮਨ ਪਰਮੇਸ਼ਰ ਨੇ ਮਾਰ ਦਿੱਤੇ, ਸੇ ਕਿਸੈ ਨਾ ਸੰਦੇ। ਉਹ ਕਿਸੇ ਦੇ ਵੀ ਨਹੀਂ ਹੈ ਭਾਈ। ਵੈਰ ਕਰਹਿ ਨਿਰਵੈਰ ਨਾਲ, ਉਹ ਨਿਰਵੈਰ ਪੁਰਸ਼ਾਂ ਨਾਲ ਵੀ ਵੈਰ ਕਰਦੇ ਨੇ। ਧਰਮ ਨਿਆਏ ਪਚੰਦੇ, ਉਹ ਫਿਰ ਧਰਮਰਾਜ ਦੀ ਕਚਹਿਰੀ ਦੇ ਚ ਨਰਕਾਂ ਦੇ ਵਿੱਚ ਸੜਦੇ ਪਚਦੇ ਨੇ। ਜੋ ਜੋ ਸੰਤ ਸਰਾਪਿਆ, ਜਿਹੜਾ ਵੀ ਅੱਜ ਤੱਕ ਸੰਤਾਂ ਦਾ ਸਰਾਪਿਆ ਗਿਆ ਹੈ ਸੰਤਾਂ ਵੱਲੋਂ, ਸੇ ਫਿਰੈ ਭਵੰਦੇ। ਉਹ 84 ਲੱਖ ਜੋਨਾਂ 'ਚ ਫਿਰਦੇ ਆ। ਪੇੜ ਮੁੰਡਾ ਹੂੰ ਕਟਿਆ, ਜਿਹੜਾ ਪੇੜ ਬਿਰਸ਼ ਮੁੱਢ ਤੋਂ ਕਟਿਆ ਜਾਵੇ, ਇਸ ਡਾਲ ਸੁਕੰਦੇ, ਉਹਦੀਆਂ ਡਾਲੀਆਂ ਵੀ ਸੁੱਕ ਜਾਂਦੀਆਂ। ਇਸ ਕਰਕੇ ਸਾਧ ਸੰਗਤ ਜੀ, ਜਿਹਦੀ ਸ਼ਰਧਾ ਸੁੱਕ ਗਈ ਉਹਦੇ ਸਾਰੇ ਸ਼ੁਭ ਗੁਣ ਸੁੱਕ ਜਾਂਦੇ ਨੇ। ਗੁਰੂ ਕਿਰਪਾ ਕਰੇ। ਇਹਦੇ ਅੰਤਰੀਵ ਅਰਥ ਸਾਸੀ ਬਹੁਤ ਗਹਿਰੇ ਸਨ। ਆਪਾਂ ਕੇਵਲ ਇਤਿਹਾਸਕ ਪੱਖ ਲੈ ਕੇ ਸੌਖੇ ਜੇ ਸਰਲ ਜੇ ਅਰਥ ਕੀਤੇ ਆ। ਆਓ ਗੁਰੂ ਕਿਰਪਾ ਕਰੇ। ਇੱਥੇ ਸਮਾਪਤੀ ਹੈ। ਪੁਨਾ ਚੁਕਾਣੇ
ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਪਵੰਦੇ ਪੇਟ ਮੁੰਡਾ ਹੋ ਕਟਿਆ ਤਿਸ ਡਾਲ ਸਕੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ हे गोविंद हे गोपाल हे दयाल ਲਾਲ प्राणनाथ अनाथ सखे दीन दर्द निवार हे समर्थ अगम पूरन मोहे मया तार अंधकूप महाभयान नानक पार ਉਤਾਰ आए प्रभु शरणागति ਕਿਰਪਾ ਨਿਧ ਦਇਆਲ एक अखर हर मन वस्त नानक होत ਨਿਹਾਲ। वाहिगुरु नाम ਜਹਾਜ जहाज ਹੈ ਤੇਰੇ ਸੁਤਰੇ ਪਾਰ जो सरदा कर सेव दे पार उतार ਉਤਾਰਨ ਹਾਰ जो सरदा कर सेव दे पार उतार ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਿੰਘਾਂ ਨੂੰ ਬੇਨਤੀ ਹੈ ਵੀ ਜਿਹੜੇ ਤੁਸੀਂ ਸੰਥਿਆ ਕਰਦੇ ਹੋ ਤੇ ਉਹ ਇੱਥੇ ਵੀ ਸੰਗਤਾਂ ਦੀ ਇੱਛਾ ਜ਼ਾਹਰ ਕੀਤੀ ਹੈ ਤੇ ਉਥੋਂ ਜਿਹੜੀਆਂ ਤੋਂ ਮੈਨੂੰ ਕਿਹਾ ਗਿਆ ਕਹਿੰਦੇ ਜੀ ਉਹਦੀ ਮੂਵੀ ਬਣਾ ਕੇ ਜਿਹੜੇ ਵਿਦਿਆਰਥੀ ਪੜ੍ਹਦੇ ਆ ਧਾਰਮਿਕ